KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:11 ਹੋਏ ਨੇ। 14 ਦਸੰਬਰ ਦਾ ਦਿਨ ਹੈ, ਵਰਾ 2020 ਦਾ। ਇੱਕ ਪੋ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸਿੰਘ ਦੇ ਮਸਲਿਆਂ ਤੇ ਗੱਲਬਾਤ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਤੋਂ ਬਾਅਦ ਦੂਸਰੇ ਹਿੱਸੇ ਦੇ ਵਿੱਚ ਖੁੱਲੀ ਵਿਚਾਰ ਚਰਚਾ। ਦੋ ਵਿਸ਼ੇ ਤੁਹਾਡੇ ਨਾਲ ਵਿਚਾਰਨੇ ਨੇ ਮੈਂ। ਇੱਕ ਵੈਕਸੀਨ ਦਾ ਕੈਨੇਡਾ ਚ ਆਉਣਾ, ਦੁਨੀਆ ਚ ਵੈਕਸੀਨੇਸ਼ਨ ਸ਼ੁਰੂ ਹੋ ਜਾਣਾ, ਇਹਨੇ ਕੁਝ ਮਾਨਸਿਕ ਜਿਹੜੇ ਤਣਾਅ ਦੇ ਵਿੱਚ ਆਪਾਂ ਲੰਘ ਰਹੇ ਸੀ, ਉਹ ਕੋਵਿਡ ਕੀ ਲੱਗਦਾ ਹੈ ਕਿ ਇਸ ਦੇ ਨਾਲ ਕਿੰਨਾ ਫਰਕ ਪੈਣ ਵਾਲਾ, ਤੇ ਤੁਹਾਡੀ ਜਦ ਵਾਰੀ ਆਊਗੀ ਵੈਕਸੀਨੇਸ਼ਨ ਦੀ ਤਾਂ ਕੀ ਸੋਚਦੇ ਹੋ? ਇੱਕ ਦੂਸਰੀ, 4.5 ਲੱਖ ਦੇ ਕਰੀਬ ਕੈਨੇਡੀਅਨਸ ਨੂੰ CRA ਚਿੱਠੀ ਭੇਜ ਰਹੀ ਹੈ ਕਿ ਭਾਈ ਮੋੜੋ ਪੈਸੇ, ਤੁਸੀਂ ਲੈ ਗਏ, ਤੁਹਾਡਾ ਬਣਦਾ ਨਹੀਂ ਸੀ $2000 ਮਹੀਨੇ ਦਾ ਲੈਣ ਦਾ। ਇਹਦੇ ਤੇ ਸਿੱਖ ਕਿਸਾਨ ਸੰਘਰਸ਼ ਦੀ ਗੱਲ ਥੋੜੀ ਬਹੁਤੀ। ਠੰਡ ਬਹੁਤ ਹੋ ਗਈ, ਠੰਡ ਦਾ ਜਿਹੜਾ ਉੱਥੇ ਕੀ ਕੀਤਾ ਜਾਣਾ ਚਾਹੀਦਾ। ਖੈਰ ਲੋਕ ਆਪਣੇ ਹਿਸਾਬ ਨਾਲ ਸਵੈਟਰ ਸੂਟਰ ਤਾਂ ਲੈ ਕੇ ਆਏ ਨੇ। ਭੂਰੀ ਦੀ ਬੁੱਕਲ ਮਾਰੀ ਹੈ, ਸਭ ਤੋਂ ਸੌਖੀ ਇਹ ਹੈ ਜਿਹੜੀ ਬੁੱਕਲ ਹੈ, ਠੰਡ ਬਹੁਤ ਰੋਕਦੀ ਆ। ਉਹ ਬੜਾ ਰਿਵਾਜ ਆ ਉੱਥੇ, ਸਿਰ ਤੋਂ ਵੀ ਪੈਰਾਂ ਤੱਕ, ਸਿਰ ਤੋਂ ਢੱਕ ਕੇ ਤੇ ਮੂੰਹ ਦੇ ਉੱਪਰ ਦੀ ਘੁਮਾ ਕੇ ਭੂਰੀਆਂ ਲੈ ਕੇ ਫਿਰਦੇ ਜ਼ਿਮੀਂਦਾਰ ਉੱਥੇ ਸਾਰੇ। ਇਹ ਹੋਏਗੀ ਤੇ ਰੈਲੀ ਇੱਕ ਧੀ ਰਾਣੀਆਂ ਐਤਵਾਰ ਦੀ ਆਰਗੇਨਾਈਜ਼ ਕਰ ਰਹੀਆਂ ਇੱਥੇ ਸਿਵਿਕ ਪਲਾਜ਼ੇ ਤੋਂ ਲੈ ਕੇ ਹਾਲੈਂਡ ਪਾਰਕ ਤੱਕ ਤੁਰ ਕੇ। ਬੱਚੀਆਂ ਆਪਣੀਆਂ ਇੱਥੇ ਦੀਆਂ ਇਸ ਨੂੰ ਆਰਗੇਨਾਈਜ਼ ਕਰ ਰਹੀਆਂ, ਉਸ ਦੀ ਗੱਲਬਾਤ ਹੋਏਗੀ ਤੇ ਹੋਰ ਗੱਲਬਾਤ ਵੀ ਸੁਣਾਵਾਂਗੇ। ਸੋਮਵਾਰ ਨਰਮ ਹੁੰਦਾ ਤੇ ਵੀਜ਼ੇ ਵਗੈਰਾ ਜਿਹੜੇ ਨੇ ਭਾਰਤ ਦੇ ਉਹ ਖੁੱਲ ਚੁੱਕੇ ਨੇ ਮੈਨੂੰ ਲੱਗਦਾ, ਤੇ ਲੋਕ ਜਿਹੜੇ ਉਡੀਕ ਰਹੇ ਸੀ ਉਹਨਾਂ ਲਈ ਖੁਸ਼ੀ ਦੀ ਖਬਰ ਹੈ ਕਿ ਉਹ ਵੀਜ਼ੇ ਹੁਣ ਲੈ ਸਕਦੇ ਨੇ। 18442471550 ਆਉਂਦੇ ਨੰਬਰ ਹੈ 184424715550। KRPradio.com ਸਿੱਧਾ ਪ੍ਰਸਾਰਨ ਹੋ ਰਿਹਾ ਹੈ ਜਿੱਥੇ ਵੀ ਤੁਸੀਂ ਬੈਠੇ ਹੋ, ਪ੍ਰੋਗਰਾਮ ਸੁਣ ਰਹੇ ਹੋ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਲੋਕ ਸੱਥ LOKSATTH, ਲੋਕ ਸੱਥ ਦੇ ਥੱਲੇ ਤੁਸੀਂ ਬਾਅਦ ਚ ਵੀ ਪ੍ਰੋਗਰਾਮ ਸੁਣ ਸਕਦੇ ਹੋ। ਧੰਨਵਾਦ ਪਵਨ ਜਵੰਦੇ ਦਾ। ਤੇ 18442471550 ਨੰਬਰ ਔਨ 에ਅਰ ਨੰਬਰ ਹੈ। 6047291224 6047291222 ਫੋਨ ਹੈ। WhatsApp ਤੇ ਟੈਕਸਟ ਲਈ ਨੰਬਰ ਹੈ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਜੋ ਅਲਸੜੇ ਦੀ ਖੇਤੀਆਂ ਨੂੰ ਚੁੰਮ ਕੇ ਉੜਦੀ ਹੀ ਜਾ ਰਹੀ ਹੋਵੇ ਹਵਾ, ਜੋ ਨੀਂਦ ਵਿੱਚ ਕੋਈ ਦਿਲ ਜਵਾਂ ਤੇ ਬਾਂਕੜਾ ਹੈ, ਸੁਪਨਿਆਂ ਦੀ ਹੱਦ ਤੀਕਰ ਪਹੁੰਚਿਆ। ਹਾਂ, ਜੋ ਗੁਆਰੀ ਵਿੱਚ ਉੱਠ ਸੁਣਨ ਵਾਲੀਆਂ ਗੱਲਾਂ ਪਿੰਡ ਦੀਆਂ ਆਪਣੀਆਂ ਖੇਤਾਂ ਦੀਆਂ। ਹਾਂ, ਜੋ ਗੁਆਰੀ ਵਿੱਚ ਉੱਗਿਆ ਤਾਂਦਲਾ ਹਰ ਲੰਘਦੇ ਟੱਪਦੇ ਨੂੰ ਹੋਵੇ ਚਾਹ ਰਿਹਾ, ਅੱਸੂ ਦੇ ਮੱਕੜ ਤੰਦੜੇ ਦੀ ਬਣਤਰਾਂ ਨੂੰ ਆਪਣੇ ਪੱਤਿਆਂ ਤੇ ਹੋਵੇ ਪਾ ਰਿਹਾ। ਜੋ ਸਾਵਿਆਂ ਘਾਹਾਂ ਦੀ ਕੂਲੀ ਸੇਜ ਤੇ ਕੋਈ ਸਾਗਵਾਨੀ ਬੂਰ ਚਿੱਟਾ ਵਿਛ ਗਿਆ, ਜਾਂ ਅੱਕ ਦੇ ਪੱਤਿਆਂ ਦੀ ਅਜ਼ਲੀ ਚੁੱਪ ਚੁੱਪੀ ਨੂੰ ਭੰਨ ਕੇ ਦੁੱਧਾਂ ਦਾ ਟੇਪਾ ਰਿਸ ਗਿਆ, ਜਾਂ ਪਾਰ ਦੇਸੋਂ ਰੁੱਖੀਆਂ ਪਹਾੜੀਆਂ ਤੇ ਨਿੱਕੀ ਨਿੱਕੀ ਧੁੱਪੜੀ ਦਾ ਉੱਡਣਾ, ਰੁੱਖਾਂ ਦੀਆਂ ਖੋੜਾਂ ਦੇ ਅੰਦਰ ਆਥਣ ਜਾਂ ਚੁੰਝੀਆਂ ਨਾ ਖੇਡਣਾ, ਜਾਂ ਨੀਲੀਆਂ ਚੁੱਪਾਂ ਦੀ ਭਰ ਕੇ ਅੰਜਲੀ ਹੋਵੇ ਕਿਸੇ ਨੇ ਮੇਦ ਨੂੰ ਤਰਥੱਲਿਆ, ਜਾਂ ਅੱਖਰਾਂ ਨੂੰ ਹਲਦੀਆਂ ਵਿੱਚ ਗੁੰਨ ਕੇ ਜਾਂਦਾ ਹੈ ਸਾਹੇ ਚਿੱਠੀਆਂ ਨੂੰ ਘੱਲਿਆ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਨੁਕਰੇ ਹੁਸਨ ਦੇ ਜੋ ਬਲੌਰੀ ਤਖਤ ਤੇ ਨਾਗਣ ਹਵਾ ਦਾ ਇੱਕ ਸਵਈਆ ਬਹਿ ਗਿਆ, ਜਾਂ ਰੰਗਲੀ ਖੂਹੀ ਦੇ ਪਾਣੀ ਬਿਛੜੇ ਕੋਈ ਨੱਡੀਆਂ ਦਾ ਝੁੰਡ ਭਰ ਕੇ ਲੈ ਗਿਆ, ਜਾਂ ਕੁੱਜਿਆਂ ਵਿੱਚ ਕੌਡੀਆਂ ਦੇ ਨਾਚ ਦੀ ਟਿੱਬਿਆਂ ਤੇ ਉੱਤੋਂ ਆ ਰਹੀ ਹੋਵੇ ਸਦਾ, ਜਾਂ ਗੂੰਗਿਆਂ ਖੇਤਾਂ ਦਾ ਬੰਜਰ ਟੁਕੜਾ ਬਣ ਰਿਹਾ ਹੋਵੇ ਗੁਲਾਬੀ ਵਾਸ਼ਨਾ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਕੋਈ ਬੈਦ ਝਗਲੇ ਉਗਲੇ ਜੇ ਵੇਸ ਦਾ, ਅਰੋਗਤਾ ਦਾ ਏਲਚੀ ਅਖਬਾਰ ਹੈ ਜੋ ਹਰੜੀਆਂ ਦੀ ਛਿੱਲ ਤਾਈਂ ਕਾਰ ਕੇ ਮਖਿਆਲ ਦੇ ਛੰਨੇ ਵਿੱਚ ਉਲਟਾ ਰਿਹਾ, ਜਾਂ ਕਾਲਿਆਂ ਤੂਤਾਂ ਦਾ ਸ਼ਰਬਤ ਢੂੰਡ ਕੇ ਰੱਬ ਦੇ ਮਾਨੁਖ ਨੂੰ ਪਿਲਾ ਰਿਹਾ। ਰੋਹੀ ਦੀ ਵਾਹ ਨੂੰ ਫੱਕਦਾ ਮਸਤਾਨੜਾ ਅੱਖਾਂ ਤੋਂ ਡਾਢੀ ਦੂਰ ਕਿਧਰੇ ਜਾ ਰਿਹਾ, ਰੋਹੀ ਦੀ ਵਾਹ ਨੂੰ ਫੱਕਦਾ ਮਸਤਾਨੜਾ ਅੱਖਾਂ ਤੋਂ ਡਾਢੀ ਦੂਰ ਕਿਧਰੇ ਜਾ ਰਿਹਾ। ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਜੋ ਅਲਸੜੇ ਦੀਆਂ ਖੇਤੀਆਂ ਨੂੰ ਚੁੰਮ ਕੇ
उड़दी ही जा रही होवे हवा, तख्त बलौरी हरमनजीत लिखदा है। सारिਆਂ ਦਾ हार्दिक धन्यवाद लोक सत्त ਦੇ ਵਿੱਚ जी। दुनिया भर ਦੀਆਂ खबरां, ਪਹਿਲਾਂ ਤੁਹਾਡੀ ਇੱਥੇ ਦੀ खबर, प्रोग्राम शुरू हो गया वैक्सीनेशन का ओंटारियो दे विच। लोधा दाता पहला पंजाब दे आपां पिंडां च जद कोई लोधा लगदा अपने कह दिंदे भी लोधा भी लगू, जद कोई सरकारी काम कराउण जांदे तां लोधे तो डरदे। वैक्सीन जिहड़ी पहुंच गई है ते फाइजर कंपनी की यह वैक्सीन है। अमरीका दे विच भी मिलिटरी दे मार्शल दे थल्ले भर के रीफरां दे विच, क्योंकि -70 डिग्री ते रखनी पैनी है, बर्फ पा के कंटेनरां दे विच अंदरों कढ़ के ते उहनूं पैक करके ते फिर बाकी सूबियां दी अपनी भी लोअर मेनलैंड की बारी आ जानी है। फ्रेजर हेल्थ दे विच वैनकूवर कोस्टल च कित्थे होनी है ते सरकार दस नहीं रही, डर रहे ने, क्योंकि लोग मतलब सिक्योरिटी का बड़ा मन दे विच है। कोविड-19 दे इस समय दे विच आलमोस्ट आपां 8 महीने लंघ गए। मार्च का ज्यों कीड़ा चढ़िया है, इसमें बहुत कुछ बदलिया, बहुत ही कुछ बदल दिता। जिंदगी जिहड़ी अपना सोचण दा ढंग ते लोग जिंदगी नूं एक अलग तरीके नाल जिहड़ा सोचण लग गए। वैक्सीन जिहड़ी आई है हुण ਇਹਦੀ खबर ने तुहाडे ते की प्रभाव पाया? यही गल है, मैं खबर ते उपर ही तुहाडे नाल शुरू च गल करनी चाहुंदा कि कुछ हुण महसूस कर रहे हो भी हुण सेफ है असीं? वैक्सीन ने कितना फर्क पाया? ते वड्डी गल जिहड़ी है वो ये है कि व्यापार दा जिहड़ा काम रुकिया होया सी वो जिहड़ा हुण शुरू होएगा। वो जरूरी सी कि बड़ा पिछले समय क्योंकि आप जिहड़े काम च हुंदे नहीं, आपां नूं पता नहीं लगदा, बहुत बिजनेस ने जिहड़े, बहुत व्यापार ने जिहड़े बंद हो गए, लोकां मंदा हाल हो गया। हार्ड हिट जिहड़ी हुई है फूड इंडस्ट्री, रेस्टोरेंट इंडस्ट्री, होटल इंडस्ट्री, एयरलाइन दा वीकेंड से मैं चैक करन लग गया भी वेखिए डिपार्चर ते अराइवल वैनकूवर एयरपोर्ट ते जिथे 7-7 8-8 स्क्रीनां भरियां रहिंदियां सी। इंटरनेशनल फ्लाइट्स दे विच 6 फ्लाइटां सिर्फ, एक LA दी, एक अपने मनीला दी, एम्स्टरडैम दी, बस एक टोक्यो दी, 5-7 फ्लाइटां दोपहरे 12-1 बजे। कैनेडा दियां 40 फ्लाइटां जिहड़ियां लोकल शहरां च आ रही जा रही, बस कितना फर्क पिया हो, किड्डा बिजनेस का, एयरपोर्ट्स का, एयरपोर्ट नाल टैक्सी इंडस्ट्री बहुत कुछ जुड़िया, होटल्स से खास तौर पर टूरिस्ट शहर जिहड़े ने जिथे दुनिया आउंदी है धा के गर्मी। साडा तां BC है जिहड़ा इस बार जिहड़े वो शहर जिहड़े है ही टूरिज्म दे सिर, जिथे गर्मियां दे विच 5-4 महीने, ओकनागन, थॉम्पसन दे एरिया, जिथे लैके अप्रैल तो मई तो, अप्रैल तो ठंड हुंदी है, मई जून तो लैके सितंबर दी ब्रेक तक 4 महीने च नेरी आउंदी है। फिर वो 4 महीने दे विच 12 महीने का काम करदे। हर टाइम दे विच भी जिहड़े ने आ जांदे ने लोग, बजुर्ग बहुत आ जांदे ने आ समय दे विच, जिथे ईस्ट दे विचों ओह मूव इन हो जांदे ने, कलोना दे विच, ऑस्ट्रेलिया दे विच, पेंटिंगटन दे विच 4-5 महीने रह के जांदे ने, स्नो बर्ड जिन्हां नूं कहंदे ने। फ्लोरिडा पहलां जांदे सी, फ्लोरिडा तो जाणों हट गए हुण। 144 247 1550 ये खबर कि वैक्सीन आ गई तो वैक्सीन लगन लग गई, ਇਹਨੇ ਕੀ ਪ੍ਰਭਾਵ ਪਾਇਆ? ਅੱਜ ਤੁਹਾਨੂੰ ਤੁਸੀਂ ਕਿਵੇਂ ਸੋਚਦੇ ਹੋ? ਇਹ ਅਕਸਰ ਇਹ ਗੱਲਾਂ ਪਹਿਲਾਂ ਪਿਛਲੇ 7 ਮਹੀਨੇ ਚੱਲਦੀਆਂ ਨੇ ਵੀ ਜਿੱਦਣ ਵੈਕਸੀਨ ਆਊ ਉਹਦੇ ਮਹੀਨੇ ਦੇ ਵਿੱਚ, 1.5 ਮਹੀਨੇ ਦੇ ਵਿੱਚ ਸਭ ਕੁਝ ਖੁੱਲ ਜੂ। ਕੀ ਲੱਗਦਾ ਤੁਹਾਨੂੰ ਕਿ
ਜਿਹੜੀ ਹੈ ਇਹ ਵੈਕਸੀਨ ਹੈ ਫਰਕ ਪਾਊ? ਕਿੰਨਾ ਫਰਕ ਪਾਊ? ਤੋ ਇਸ ਨਾਲ ਕੀ ਆਰਥਿਕਤਾ ਖੁੱਲ ਜੂ? ਕਿੰਨੀ ਇਹਦੇ ਨਾਲ ਕਿੰਨਾ ਫਰਕ ਪਊ? ਇਹ ਇੱਕ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। 144 247 1500 ਵੱਡੀ ਰਾਹਤ ਦੀ ਖਬਰ ਹੈ। ਇਹਦੇ ਲੋਕ ਦੁਨੀਆ ਦੇ ਵਿੱਚ ਹੁਣ ਪਿਛਲੇ 2 ਹਫ਼ਤਿਆਂ ਤੋਂ ਸ਼ੁਰੂ ਹੋ ਗਈ, ਜਿਹੜੀ ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਲੱਗਣ ਲੱਗੀ ਹੈ। ਲੈ ਗਏ ਉਹ ਪਹਿਲਾਂ ਲੋਕ ਜਿਨ੍ਹਾਂ ਦਾ ਜ਼ੋਰ ਸੀ, ਪਰ ਸਮਾਂ ਲੱਗਣਾ ਇੱਥੇ ਸਾਰੇ ਕੈਨੇਡੀਅਨਸ ਨੂੰ ਪਹੁੰਚਣ ਨੂੰ 34-35 ਮਿਲੀਅਨ ਆਪਾਂ 2 ਡੋਜ਼ਸ ਲੱਗਦੀਆਂ, 70 ਮਿਲੀਅਨ ਸਾਨੂੰ ਡੋਜ਼ ਚਾਹੀਦੇ, ਸਾਰਿਆਂ ਦੇ ਲੱਗਦੀ ਹੈ। ਸਾਰਿਆਂ ਦੇ ਤਾਂ ਲੱਗਣੀ ਨਹੀਂ, ਕੁਛ ਘੱਟ ਵੀ ਹੋਊਗੀ। ਵੈਕਸੀਨ ਦਾ ਜਿਹੜੀ ਪਹਿਲੀ ਉਹ ਖਬਰ ਅੱਜ ਫੋਟੋਆਂ ਦਿਖ ਰਹੀਆਂ ਨੇ, ਹੈਲਥ ਕੇਅਰ ਪ੍ਰੋਫੈਸ਼ਨਲ ਇੱਕ ਏਸ਼ੀਅਨ ਮੂਲ ਦੀ, ਉਸਦੇ ਪਹਿਲਾ ਜਿਹੜਾ ਇਹ ਲੋਧਾ ਲੱਗਿਆ। ਮੇਜਰ ਮਾਈਲਸਟੋਨ ਲਿਖ ਰਹੇ ਨੇ, ਫਾਈਟ ਅਗੇਂਸਟ ਵਾਇਰਸ। ਅੱਜ ਸਰਕਾਰ ਫੋਟੋਆਂ ਦਿਖਾ ਰਹੀ ਹੈ। ਸੋ ਸਾਡੀ ਵਾਰੀ ਜਿਹੜੀ ਜਾਂ ਤੁਸੀਂ ਲਵਾਉਣੀ ਹੈ ਜਾਂ ਤੁਸੀਂ ਸੋਚਦੇ ਹੋ। ਇਹ ਵੀ ਗੱਲ ਚੱਲੀ ਹੈ ਕਿ ਫਲੂ ਦੇ ਸ਼ਾਟ ਲੱਗਦੇ ਆ ਹਰ ਸਾਲ, ਪਰ ਫਲੂ ਆਉਣੋਂ ਨਹੀਂ ਹਟਦਾ। ਹਰ ਸਾਲ ਲੋਕ ਫਲੂ ਦੇ ਸ਼ਾਟ ਲੱਗਦਾ। ਕਿ ਕੋਵਿਡ ਦੇ ਜਿਹੜੇ ਇਹ ਸ਼ਾਟ ਨੇ ਇਹ ਫਿਰ ਹਰ ਸਾਲ ਹੀ ਲੋਕ ਲਵਾਇਆ ਕਰਨਗੇ? ਜਿਹਦਾ ਮਤਲਬ ਇਹਨੇ ਜਾਣਾ ਤਾਂ ਹੁਣ ਹੈ ਨਹੀਂ, ਇਹ ਤਾਂ ਬੋਡੀ ਦੇ ਵਿੱਚ ਆਪਣੇ ਹੁਣ ਜਿਨ੍ਹਾਂ ਨੂੰ ਹੋ ਗਿਆ, ਟ੍ਰਾਂਸਫਰ ਹੋ ਗਿਆ, ਜਿੱਥੇ ਜਿੱਥੇ ਚਲੇ ਗਿਆ, ਫਿਰ ਹਰ ਸਾਲ ਫਲੂ ਵੀ ਲੋਕਾਂ ਨੂੰ ਉਸ ਤਰ੍ਹਾਂ ਹੀ ਹੁੰਦਾ। ਫਲੂ ਲਾਈਕ ਸਿੰਪਟਮ ਇਹਦੇ ਸੀ ਜਿਨ੍ਹਾਂ ਨੂੰ ਹੋਇਆ। ਬਹੁਤਾ ਦੇ ਤਾਂ ਇਹਨੂੰ ਗੋਲਿਆ ਹੀ, ਕਈਆਂ ਨੂੰ ਹੋ ਕੇ ਪਤਾ ਨਹੀਂ ਲੱਗਿਆ। ਯੈਸ, ਬੋਡੀ 'ਚ ਕਮਜ਼ੋਰੀ ਆਉਂਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬੋਡੀ ਤੁਹਾਡੀ ਕਮਜ਼ੋਰ ਹੁੰਦੀ ਹੈ, ਉਹ 'ਚ ਕੋਈ ਸ਼ੱਕ ਨਹੀਂ। ਪਰ ਬਹੁਤਾਂ ਨੇ ਕੁਆਰੰਟੀਨ ਤੇ ਜੇ ਤੇ ਉਹ ਗੱਲਾਂ ਕਹਿੰਦੇ ਛੱਡੋ ਤੁਸੀਂ, ਇਹਦਾ ਕੀ ਫਰਕ ਆ, ਹੋ ਗਿਆ। ਘਰ 'ਚ ਵੀ ਨਹੀਂ ਕਈਆਂ ਨੇ ਦੱਸਿਆ, ਕਹਿੰਦੇ ਕਿਹੜਾ ਟੱਬਰ ਨੂੰ ਦੱਸੇ। ਕੰਮ ਤੇ ਜਾਣੋ ਲੋਕ ਨਹੀਂ ਹਟੇ, ਮਤਲਬ ਕੰਮ ਜੋਗਾ ਤਾਂ ਰਹਿੰਦਾ ਨਹੀਂ। ਜਿਹਨੂੰ ਕਰੋਨਾ ਹੋਇਆ ਹੋਵੇ ਬੰਦੇ ਨੂੰ ਪੇਨ ਤਾਂ ਹੁੰਦੀ ਹੈ। ਤੇ ਹੁਣ ਜਦ ਭਾਰਤ ਨੂੰ ਵੇਖਦੇ ਆ ਆਪਣੇ ਸੰਘਰਸ਼ ਤੇ 5 ਲੱਖ ਬੰਦਾ ਬੈਠਾ, ਦੇਖ ਲਓ ਕਿਵੇਂ ਬੈਠੇ ਆ, ਫੁੱਟ ਤੇ ਬੈਠੇ ਆ, ਫੁੱਟ ਤੇ ਤੁਰੇ ਫਿਰਦੇ ਆ, ਨਾਲ ਟਰਾਲੀ 'ਚ ਖਹਿ ਕੇ ਪੈਂਦੇ ਆ ਇੱਕ ਦੂਜੇ ਨਾਲ। ਅਸੀਂ ਕਿਤੇ ਇਹ ਵੀ ਲੱਗਦਾ ਵੀ ਇਹਦਾ ਵੈਸੇ ਹੀ ਸਟਿਗਮਾ ਬਹੁਤ ਸੀ, ਭਾਰੀ ਸਟਿਗਮਾ ਸੀ ਸਾਡੇ। 144 247 1550। ਸਵਰਨ ਸਿੰਘ, ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚਾਲ ਸਾਹਿਬ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਤੁਸੀਂ ਦੱਸੋ ਵੈਕਸੀਨ ਕਿੰਨਾ ਕੁ ਫਰਕ ਪਾਊ? ਲਵਾਓਗੇ ਲੋਧਾ ਕਿ ਨਹੀਂ? ਦੇਖੋ ਅਜੇ ਤਾਂ ਬਹੁਤ ਦੂਰ ਆਉਣੀ ਆ। ਹੁਣ ਤੇ ਇਹ ਆ ਵੀ ਲੋਕਾਂ ਨੂੰ ਹੌਸਲਾ ਜ਼ਰੂਰ ਹੋ ਗਿਆ, ਵੈਕਸੀਨ ਆ ਗਈ, ਬਹੁਤ ਚੰਗੀ ਗੱਲ ਆ। ਅਜੇ ਲਵਾਉਣ ਦੀ ਵਾਰੀ ਬਹੁਤ ਦੂਰ ਆਉਣੀ ਆ ਆਪਣੀ ਜਿਹੜੀ ਆਮ ਲੋਕਾਂ ਦੀ ਆ। ਬਾਕੀ ਹਾਂ, ਲਵਾਉਣ ਦਾ ਸਾਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਅਸੀਂ ਫਲੂ ਸ਼ਾਟ ਵੀ ਹਰ ਵਾਰੀ ਲਵਾਉਂਦੇ ਆ। ਇਹ ਵੀ ਤਾਂ ਫਲੂ ਸ਼ਾਟ ਹੀ ਆ, ਇਹਦਾ ਕੋਈ ਐਸੀ ਗੱਲ ਨਹੀਂ ਆ। ਜਿਸ ਤਰ੍ਹਾਂ ਅੱਜ ਸਵੇਰੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਆ ਵੀ ਜੇ ਵੈਕਸੀਨ ਆ ਗਈ ਤੇ ਇਹ ਨਾ ਸਮਝੋ ਵੀ ਸਾਰਾ ਕੁਝ ਖਤਮ ਹੋ ਗਿਆ। ਅਜੇ ਸਾਰਾ ਹੀ ਪ੍ਰੋਟੋਕੋਲ ਜਿਹੜਾ ਆਪਾਂ ਨੂੰ ਯੂਜ਼ ਕਰਨਾ ਪੈਣਾ, ਸਾਰਾ ਕੁਝ ਇਹਦਾ ਹੁਸ਼ਿਆਰ ਹੋ ਕੇ ਰਹਿਣਾ ਪੈਣਾ ਆ। ਇਸ ਕਰਕੇ ਵੈਕਸੀਨ ਆ ਗਈ ਹੈ, ਠੀਕ ਹੈ, ਖੁਸ਼ੀ ਦੀ ਗੱਲ ਆ। ਇਹ ਪਹਿਲਾਂ ਤਾਂ ਫਰੰਟ ਲਾਈਨ ਵਰਕਰ ਜਿਹੜੇ ਉਹਨਾਂ ਨੂੰ ਆਊਗੀ, ਫਿਰ ਓਵਰ 80 ਆਊਗੀ, ਫਿਰ ਜਾ ਕੇ ਦੂਸਰੇ ਆਮ ਵਰਕਰ ਦੀ ਤਾਂ ਜਾ ਕੇ ਜੂਨ ਵਿੱਚ ਵਾਰੀ ਆਉਣੀ ਆ, ਜੂਨ ਤੋਂ ਬਾਅਦ। ਇਸ ਕਰਕੇ ਫਿਕਰ ਕਰਨ ਦੀ ਲੋੜ ਨਹੀਂ ਹੈ। ਬਾਕੀ ਲਵਾਉਣ ਦਾ ਕੋਈ ਇਹਦਾ ਹਰਜ ਨਹੀਂ ਆ, ਕਿਉਂਕਿ ਜਦ ਤੱਕ ਤੁਸੀਂ ਬਿਮਾਰ ਨਹੀਂ ਹੁੰਦੇ ਤਦ ਤੱਕ ਹੀ ਦਵਾਈ ਦਾ ਫਾਇਦਾ। ਜੇ ਬਿਮਾਰ ਹੋ ਗਏ ਫਿਰ ਤਾਂ ਦਵਾਈ ਅਸਰ ਹੀ ਨਹੀਂ ਕਰਦੀ। ਹਾਂਜੀ, ਇਸ ਕਰਕੇ ਕੋਈ ਏਦਾਂ ਦੀ ਗੱਲ ਨਹੀਂ ਆ। ਸਤਿ ਸ਼੍ਰੀ ਅਕਾਲ ਜੀ। ਗੁੱਡ, ਥੈਂਕ ਯੂ। ਸਰ ਕੁਲਵੀਰ ਸਿੰਘ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਆਪਣੀ ਜਿਹੜੀ ਨਾ ਇਹ ਵੈਕਸੀਨ ਆਈ ਆ, ਇਹਦਾ ਕੋਈ ਬਲੈਕਮੇਲ ਤਾਂ ਨਾ ਹੋਊਗੀ ਜਿੱਦਾਂ ਵੀ ਹੁਣ ਵੱਡੀਆਂ ਕੰਪਨੀਆਂ ਖਰੀਦ ਕੇ ਫਿਰ ਉਹਨੂੰ ਬਲੈਕਮੇਲ ਕਰਨੀਆਂ ਵੀ ਮਹਿੰਗੀ ਹੋਵੇ ਜਾਂ ਮਹਿੰਗੀ ਵਿਕੇ ਨਾ ਗਾਂ, ਜਾਂ ਉਹਦੇ ਸ਼ੇਅਰਾਂ ਦੇ ਮਾਰਕੀਟ ਲੱਗੇ, ਸ਼ੇਅਰਾਂ ਦੇ ਵਿੱਚ ਜਾਵੇ ਨਾ। ਇਹ ਵੀ ਸ਼ੇਅਰਾਂ ਤਾਂ ਚਲੇ ਗਏ ਜੀ, ਜਿਹੜੀਆਂ ਕੰਪਨੀਆਂ ਨੇ ਬਣਾਈ ਆ ਕੁਲਵੀਰ ਸਿੰਘ ਜੀ, ਸ਼ੇਅਰ ਤਾਂ ਉਹਦੇ ਚਲੇ ਗਏ ਉੱਪਰ। ਬਸ ਉਹ ਚੀਜ਼ਾਂ ਪਬਲਿਕ ਤੇ ਪੈਣੀਆਂ ਹਨ ਦੁਆਰਾ ਨਾ। ਵੈਕਸੀਨ ਨਾਰਮਲ ਤਰੀਕੇ ਨਾਲ ਵਿਕਣੀ ਚਾਹੀਦੀ। ਜਿਸ ਕੰਪਨੀ ਨੇ ਬਣਾਈ ਸੀ ਉਹੀ ਕੰਪਨੀ ਉਹਨੂੰ ਸੇਲ ਕਰਦੀ, ਉਹੀ ਕੰਪਨੀ ਉਹਦੇ
ਵਿੱਚੋਂ ਆਪਣਾ ਪ੍ਰੋਫਿਟ ਕੱਢਦੀ ਆਪਣੇ ਵਰਕਰਾਂ ਨੂੰ ਦਿੰਦੀ ਹੈ ਨਾ, ਉਹ ਚੀਜ਼ ਸੀਗੀ। ਪਰ ਜਿਹੜੀ ਸ਼ੇਅਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਸ਼ੇਅਰ ਪੈ ਗਿਆ, ਪਰ ਉਹ ਚੀਜ਼ਾਂ ਆਉਣ ਵਾਲੀ ਜਿਹੜੀ ਹੈਗੀ ਆ ਜਿੱਦਾਂ ਦਵਾਈਆਂ ਆਮ ਚੱਕਦੀਆਂ ਉਹਨਾਂ ਦੇ ਮੰਗ ਹੋਇਆ ਨਾ, ਫਿਰ ਇਹ ਤੇ ਲੁੱਟ ਘਸੋਟੀ ਚੱਲਣੀ ਆ ਵੀ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ ਦਾ ਖਿਲਵਾੜ ਹੀ ਹੋਣਾ ਨਾ। ਇਹ ਚੀਜ਼ਾਂ ਵੀ ਆਪਾਂ ਇਹਨਾਂ ਨੂੰ ਗੌਰਮੈਂਟ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਿਹੜੇ ਸ਼ੇਅਰ ਮਾਰਕੀਟ ਲੱਗੀ ਜੇ ਗੌਰਮੈਂਟ ਇੰਨਾ ਪੈਸਾ ਦੇ ਸਕਦੀਆਂ ਸੀਗੀਆਂ ਦੂਜਿਆਂ ਨੂੰ, ਇਹ ਆਪ ਸ਼ੇਅਰ ਖਰੀਦ ਕੇ ਆਪ ਇਹ ਉਹ ਚੀਜ਼ ਨੂੰ ਕੰਟਰੋਲ ਕਰਕੇ ਵੇਚਦੀਆਂ ਨਾ। ਹੁਣ ਅੱਜ ਜੇ ਉਹ ਦੁਨੀਆ ਦੇ ਵਿੱਚ ਜੇ ਆਪਾਂ ਲਾਈਏ ਵੀ ਜਿਹੜਾ ਗਰੀਬ ਬੰਦਾ ਜੇ ਅੱਜ ਉਹਨੂੰ ਨਾ ਉਹਦੇ ਕੋਲ ਨਾ ਅਫੋਰਡੇਬਿਲਟੀ ਹੋਵੇ ਤਾਂ ਨਾ ਲੈ ਸਕੇ, ਫਿਰ ਕੀ ਹੋਊਗਾ? ਫਿਰ ਉਹ ਤਾਂ ਕਰੋਨਾ ਕਦੇ ਫੇਰ ਖਤਮ ਨਹੀਂ ਹੋਣਾ, ਤੇ ਉਹਨੂੰ ਕਰੋਨਾ ਹੋ ਗਿਆ ਹੁਣ ਫੇਰ ਕਰਦਾ ਕਹਿਣਾ ਗਾਂ ਲੋਕਾਂ ਨੇ ਫੇਰ ਵੈਕਸੀਨ ਲਵਾਈ ਜਾਣੀ ਹੈ ਨਾ, ਉਹੀ ਤਾਂ ਬਹੁਤ ਲੁੱਟ ਖਸੁੱਟ ਆਪਣੇ ਕੋਲ ਹੋਣੀ ਹੈ ਨਾ। ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਗੌਰਮੈਂਟ ਨੂੰ ਪਹਿਲਾਂ ਬਹੁਤ ਸਮੂਥ ਚਲਾਉਣਾ ਚਾਹੀਦਾ ਸੀ ਵੀ ਅਸੀਂ ਇਹਨੂੰ ਆਪਣੇ ਹੱਥ ਕੰਟਰੋਲ ਰੱਖ ਕੇ ਚਲਾਵਾਂਗੇ, ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਹੁੰਦਾ ਨਾ। ਤੇ ਹੁਣ ਜਿਹੜੀਆਂ ਕੰਪਨੀਆਂ ਕੁਲਵੀਰ ਸਿੰਘ ਜੀ ਖਰੀਦਣੀ ਤਾਂ ਸਰਕਾਰ ਨਹੀਂ ਹੈ ਜੀ, ਜਾਂ ਫ੍ਰੀ ਲਾ ਰਹੇ ਨੇ, ਲੋਕਾਂ ਤੋਂ ਤਾਂ ਕੁਝ ਲੈ ਨਹੀਂ ਰਹੇ। ਹਾਂ, ਉਧਰੋਂ ਜਿਹੜੀ ਉਹਦੀ ਜਦ ਬਿਲੀਅਨਸ ਡਾਲਰ ਉਹਨਾਂ ਨੇ ਲਾਏ ਨੇ, ਕਿਉਂਕਿ ਬਹੁਤ ਔਖਾ ਕੰਮ ਹੈ ਇਹ ਵੈਕਸੀਨ ਬਣਾਉਣੀ ਵੀ। ਹੁਣ ਉਹਨਾਂ ਦੇ ਤਾਂ ਰੇਟ ਜਾਣੇ ਨੇ ਜੀ, ਇਹਦੇ ਤਾਂ ਕੋਈ ਸ਼ੱਕ ਨਹੀਂ। ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਤਾਂ ਚਲੋ ਮਿਲਣਾ ਚਾਹੀਦਾ ਉਹਨਾਂ ਜਿਹੜਾ ਪੈਸਾ ਲਾਇਆ, ਪਰ ਜਿਹੜੇ ਵਿੱਚ ਮਿਲੇ ਵਰਗੇ ਜਾ ਕੇ ਆਪਾਂ ਤਾਂ ਆਪਣੇ ਤਾਂ ਫਿਰ ਫ੍ਰੀ ਹੋ ਮਿਲਣੀ ਹੈ ਨਾ ਜੀ। ਫਿਰ ਠੀਕ ਹੈ ਜੀ, ਫ੍ਰੀ ਮਿਲਣੀ ਹੈ ਨਾ। ਜਿਹੜੀ ਆਮ ਗਰੀਬ ਕੰਟਰੀ ਉਹਨਾਂ ਵਿੱਚ ਮੁੱਲ ਮਿਲਣੀ ਦੇਖਿਓ ਤਾਂ ਨਾ। ਵੈਸੇ ਤਾਂ ਸਰਕਾਰਾਂ ਹੀ ਦੇ ਰਹੀਆਂ ਨੇ ਜੀ, ਇਹ ਨਾ ਸਰਕਾਰਾਂ ਹੀ ਦੇ ਰਹੀਆਂ ਨੇ। ਇੰਡੀਆ ਵਾਲੇ ਦੇਸ਼ਾਂ ਚ ਅਵਤਾਰ ਸਿੰਘ ਲਾਈਨ ਨੰਬਰ 2। ਅਵਤਾਰ ਸਿੰਘ ਜੀ ਲਾਈਨ ਨੰਬਰ 2 ਜੀ, ਸਤਿ ਸ਼੍ਰੀ ਅਕਾਲ ਭਾਈ ਜੀ। ਮੇਰਾ ਤਾਂ ਮੈਸੇਜ ਹੀ ਹੈ, ਮੈਨੂੰ ਤੇ ਮੇਰੀ ਫੈਮਿਲੀ ਨੂੰ ਸਾਰਿਆਂ ਨੂੰ ਹੋ ਲਿਆ ਜੀ, ਦੋ ਵਾਰ ਹੋ ਲਿਆ ਜੀ। ਅੱਛਾ। ਅੱਜ ਤੇ ਮੇਰੇ ਬੇਟੇ ਨੂੰ ਹੋਇਆ ਸੀਗਾ ਜਦੋਂ, ਤੇ ਅਸੀਂ ਪਹਿਲੀ ਵਾਰ ਤਾਂ ਅਸੀਂ ਵੀ ਬਹੁਤ ਨਰਵਸ ਹੋਏ ਸਾਰੀ ਪਰਿਵਾਰ, ਕਿਉਂਕਿ ਪਹਿਲੀ ਵਾਰ ਆਇਆ ਸੀ ਸਾਡੇ ਘਰ ਚ, ਸਾਨੂੰ ਪਤਾ ਨਹੀਂ ਸੀ ਵੀ ਇਹ ਕੀ ਹੈ। ਤੇ ਉਹ ਮੇਰਾ ਬੇਟਾ 22 ਦਿਨ ਰਿਹਾ ਸੀਗਾ ਇਹਦੇ ਵਿੱਚ, ਜਿਸ ਤਰ੍ਹਾਂ ਤੁਸੀਂ ਰਹੇ ਆ। ਤੇ ਉਸ ਤੋਂ ਬਾਅਦ ਫਿਰ ਮੇਰੀ ਵਾਈਫ ਨੂੰ ਹੋ ਗਿਆ, ਤੇ ਮੇਰੀ ਵਾਈਫ ਤੇ ਅਸੀਂ ਤਾਂ ਇੱਕ ਫਿਰ ਮੈਂ ਵਾਈਫ ਨੂੰ ਕਹਿਣ ਲੱਗਿਆ ਵੀ ਤੂੰ ਐਂ ਕਰ ਵੀ ਟ੍ਰੈਡਮਿਲ ਤੇ ਇਹਨੂੰ ਵਾਕ ਕਰ, ਜ਼ੁਕਾਮ ਹੋਇਆ, ਚਿੱਕਾਂ ਲੱਗੀਆਂ ਨਾਲ ਉਹਨੂੰ ਪਹਿਲਾਂ, ਤੇ ਗਰਮੀ ਲਓ, ਟ੍ਰੈਡਮਿਲ ਤੇ ਤੁਰ ਕੇ ਘੰਟਾ ਤੁਰ ਕੇ, ਤੇ ਉਸ ਤੋਂ ਬਾਅਦ ਬਾਥਰੂਮ ਜਾ ਕੇ ਨਹਾ ਲਓ ਥਰ ਭੰਨੇ ਪਾਣੀ ਨਾਲ। ਉਹ ਤੇਰਾ ਜ਼ੁਕਾਮ ਜਿਹੜਾ ਤੁਹਾਨੂੰ ਅੰਦਰ ਨੂੰ ਗਿਰਦਾ ਉਹ ਥੋੜਾ ਬਾਹਰ ਨੂੰ ਗਿਰਨ ਲੱਗ ਜਾਂਦਾ, ਮੀਨ ਕਿ ਥੋੜੀ ਤਸੀਰ ਚੇਂਜ ਹੋ ਜਾਂਦੀ ਹੈ। ਤੇ ਮੇਰੀ ਵਾਈਫ ਠੀਕ ਹੋ ਗਈ। ਉਸ ਤੋਂ ਬਾਅਦ ਮੈਨੂੰ ਹੋਇਆ, ਮੈਂ ਵੀ, ਮੇਰੀ ਬੇਟੀ ਨੂੰ ਹੋਇਆ, ਉਹ ਵੀ ਇਸ ਤਰ੍ਹਾਂ ਹੀ। ਤੇ ਸਾਨੂੰ ਫਿਰ ਬੇਟੇ ਨੂੰ ਹੋ ਗਿਆ, ਬੇਟੇ ਨੇ ਫੇਰ ਐਕਣੀ ਕੀਤਾ, ਤੇ ਸਾਨੂੰ ਤਾਂ ਕੋਈ ਅਸਰ ਨਹੀਂ ਹੋਇਆ ਇਹ ਤਾਂ। ਹਾਂਜੀ, ਅਸੀਂ ਤਾਂ ਇਹ ਨਿਚੋੜ ਕੱਢਿਆ ਵੀ ਤੋਂ ਡਰਨ ਦੀ ਲੋੜ ਨਹੀਂ ਹੈ, ਸਿਰਫ ਐਕਸਰਸਾਈਜ਼ ਕਰੋ ਤੇ ਪਸੀਨਾ ਲਓ, ਤੁਹਾਡੀ ਬੋਡੀ ਨੂੰ ਪਸੀਨਾ ਆਉਣਾ ਚਾਹੀਦਾ। ਮੇਰੇ ਵੱਲੋਂ ਤਾਂ ਮੈਂ ਤਾਂ ਸਭ ਨੂੰ ਇਹੀ ਮੈਸੇਜ ਦਿੰਦਾ ਵੀ ਭਾਈ ਇਹਨੂੰ ਪਸੀਨਾ ਲਓ ਤੇ ਠਰ ਭੰਨੇ ਪਾਣੀ ਨਾਲ ਨਹਾ ਲਓ, ਬਸ ਐਸੇ। ਥੈਂਕ ਯੂ ਜੀ, ਥੈਂਕ ਯੂ ਸਾਹਿਬ। ਬਲਵਿੰਦਰ ਸਿੰਘ ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ ਵੇਖੋ, ਜਿਹੜੇ ਆਪਾਂ 60 ਸਾਲ ਤੋਂ ਉੱਪਰ ਹੈਗੇ ਆ, ਆਪਾਂ ਨੂੰ ਇਹ ਫਲੂ ਸ਼ਾਟ ਲਵਾ ਲੈਣਾ ਚਾਹੀਦਾ ਹੈ, ਜਿਹੜਾ ਕੋਵਿਡ ਵਾਲਾ, ਕਿਉਂਕਿ ਜਿਸ ਤਰ੍ਹਾਂ ਦੂਜਾ ਫਲੂ ਸ਼ਾਟ ਲੱਗਦਾ ਹੈਗਾ ਉਸ ਤਰ੍ਹਾਂ ਹੀ ਇਹ ਆਪਾਂ ਨੂੰ ਹਰੇਕ ਸਾਲ ਲਵਾਉਣਾ ਪਿਆ ਕਰਨਾ। ਬਾਕੀ ਹੁਣ ਇਹਦੇ ਕਈ ਸਿੰਪਟਮ ਜੇ ਹੈਗੇ, ਕਈਆਂ ਦਾ ਪਤਾ ਹੀ ਨਹੀਂ ਲੱਗਦਾ ਜੀ, ਕਈਆਂ ਨੂੰ ਹੋ ਹਟਦਾ ਹੈਗਾ, ਕਈਆਂ ਨੂੰ ਇਹ ਜ਼ਿਆਦਾ ਤੰਗ ਕਰਦਾ ਹੈਗਾ। ਇਹਦੇ ਕਈ ਤਰ੍ਹਾਂ ਦੇ ਸਿੰਪਟਮ ਹੈਗੇ ਆ ਗਿੱਲ ਸਾਹਿਬ ਹੁਣ, ਪਰ ਦਵਾਈ ਹੁਣ ਸਾਲ ਬਾਅਦ ਨਿਕਲੀ ਹੈਗੀ ਆ, ਤੇ ਆਪਾਂ ਨੂੰ ਇਹ ਜ਼ਰੂਰ ਲਵਾ ਲੈਣਾ ਚਾਹੀਦਾ ਹੈਗਾ। ਹਾਂ, ਇਹ ਜ਼ਰੂਰੀ ਹੈਗਾ ਕਿ ਮਤਲਬ ਵੀ ਕਿਸੇ ਦੇ ਸਾਈਡ ਇਫੈਕਟ ਜ਼ਿਆਦਾ ਹੋ ਜਾਂਦੇ, ਕਈਆਂ ਦੇ ਘੱਟ ਹੁੰਦੇ ਹੈਗੇ ਆ, ਡਿਪੈਂਡ ਕਰਦਾ ਹੁਣ ਜਦੋਂ ਹੁਣ ਲੱਗਣਗੇ ਉਦੋਂ ਪਤਾ ਲੱਗੂਗਾ ਗਿੱਲ ਸਾਹਿਬ। ਬਾਕੀ ਜ਼ਰੂਰ ਲਵਾ ਲੈਣਾ ਚਾਹੀਦਾ। ਮਿਹਰਬਾਨੀ, ਥੈਂਕ ਯੂ। ਧੰਨਵਾਦ ਜੀ ਸਰਾ ਸਾਹਿਬ। ਸਰ ਰਿਸ਼ਪਾਲ ਸਿੰਘ ਲਾਈਨ ਨੰਬਰ 4। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਰ ਜੀ ਸਤਿ ਸ੍ਰੀ ਅਕਾਲ। ਦੇਖੋ, ਜਦੋਂ ਦਾ ਇਹ ਜੀਵਨ ਧਰਤੀ ਤੇ ਪੈਦਾ ਹੋਇਆ, ਅੱਗੇ ਇਤਿਹਾਸ ਸੁਣਦੇ ਆ ਵੀ ਬੜੀਆਂ ਹਮਾਰੀਆਂ ਆਈਆਂ ਤੇ ਬੜੀਆਂ ਆਉਂਦੀਆਂ ਰਹੀਆਂ, ਤੇ ਬੜੀਆਂ ਨੇ ਗਾਂ ਆਉਣਾ ਆ। ਜਿੰਨਾ ਚਿਰ ਜੀਵਨ ਆ ਇਹਦੇ ਵਿੱਚ ਦੁੱਖ ਤਕਲੀਫ ਸਦਾ ਆਉਂਦੇ ਰਹੇ ਤੇ ਆਉਂਦੇ ਰਹਿਣੇ ਆ। ਤੇ ਇਹ ਵੀ ਹਮਾਰੀ ਸਾਰੀ ਦੁਨੀਆ ਤੇ ਆਈ ਆ, ਮਾੜੀ ਗੱਲ ਆ। ਤੇ ਦੂਜੀ ਗੱਲ ਆ, ਦੇਖੋ ਜੀ, ਇਹਦੀ ਜਿਹੜੀ ਵੈਕਸੀਨ ਆ ਗਈ ਆ, ਦਵਾਈਆਂ ਚਲੋ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ, ਅਲੱਗ-ਅਲੱਗ ਕੰਪਨੀਆਂ ਨੇ ਕੱਢ ਰਹੇ ਆ,
ਤੇ ਇਹ ਲਵਾਉਣ ਦੀ ਬਾਅਦ ਵੀ ਹੁਣ ਡਾਕਟਰ ਵੀ ਕਹਿ ਰਿਹਾ ਵੀ ਪ੍ਰੀਕਾਸ਼ਨਾਂ ਤਾਂ ਫੇਰ ਵੀ ਰੱਖਣੀਆਂ ਪੈਣੀਆਂ, ਇਹ ਨਹੀਂ ਵੀ ਟੀਕਾ ਲਵਾ ਲਿਆ ਤੇ ਤੁਹਾਡਾ ਸਭ ਕੁਝ ਠੀਕ ਆ, ਤੇ ਪ੍ਰੀਕਾਸ਼ਨ ਹੁਣ ਵੀ ਰੱਖ ਰਹੇ ਆ। ਮੇਰੇ ਚ ਤਾਂ ਵੈਸੇ ਜੇ ਇੰਨੀ ਖਿੱਚ ਨਹੀਂ ਵੀ ਕੱਲ ਨੂੰ ਆ ਜਾਵੇ ਕੱਲ ਲਵਾਵਾਂ, ਜਦੋਂ ਆਮ ਨਾਰਮਲ ਉਹ ਲਵਾ ਲਵਾਂਗੇ। ਅੱਗੇ ਫਲੂ ਦਾ ਮਤਲਬ ਵੀ ਟੀਕਾ ਲਵਾਉਂਦੇ ਹੀ ਆ ਹਰ ਸਾਲ, ਤੇ ਇਹ ਵੀ ਲਵਾ ਲਿਆ ਕਰਾਂਗੇ। ਵੈਸੇ ਏਡੀ ਕੋਈ ਕਾਹਲੀ ਵਾਲੀ ਕੋਈ ਗੱਲ ਨਹੀਂ, ਤੇ ਪ੍ਰੀਕਾਸ਼ਨ ਪਹਿਲਾਂ ਰੱਖੋ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੇਖੋ ਸਾਹਿਬ ਡੀਕਿਓ ਜੀ, ਮੈਂ ਵਾਪਸ ਆਉਣਾ। ਸਾਹਿਬ ਪ੍ਰਿਤਪਾਲ ਸਿੰਘ ਸੇਖੋਂ ਜੀ, ਤੁਸੀਂ ਹੋ? ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਬਾਈ ਜੀ। ਇਹ ਬੜੀ ਬਹੁਤ ਵਧੀਆ ਖਬਰ ਹੈਗੀ ਕਿ ਵੈਕਸੀਨ ਕੈਨੇਡਾ ਨੂੰ ਮਿਲ ਗਈ, ਜਿਹੜੀ 2.5 ਲੱਖ ਡੋਜ਼ਿਸ ਰਾਤ ਪਹੁੰਚ ਗਈਆਂ ਨੇ। ਤੇ ਇਹ ਟਾਈਮ ਲੱਗੇਗਾ ਥੋੜਾ ਜਿਹਾ, ਕਿਉਂਕਿ ਦੇਖੋ ਸਪਲਾਈ ਵੀ ਲਿਮਟਿਡ ਹੈਗੀ ਆ। ਸਭ ਤੋਂ ਪਹਿਲਾਂ ਜਿਹੜੀ ਵੈਕਸੀਨ ਦਿੱਤੀ ਜਾਣੀ ਆ ਉਹ ਹੈਲਥ ਵਰਕਰਸ ਤੇ ਫਰੰਟ ਲਾਈਨ ਵਰਕਰ ਨੂੰ ਮਿਲਣੀ ਹੈ, ਤੇ 80 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ ਮਿਲਣੀ ਹੈ। ਔਰ ਇੱਕ ਚੀਜ਼ ਸਮਝਣ ਵਾਲੀ, ਜਿਹੜੀ ਇਸ ਵੇਲੇ ਫਾਈਜ਼ਰ ਦੀ ਵੈਕਸੀਨ ਆਈ ਹੈਗੀ ਹੈ, ਇਹਦੀ ਇੱਕ ਤਾਂ ਹੈਂਡਲਿੰਗ ਥੋੜੀ ਕੰਪਲਿਕੇਟਿਡ ਹੈਗੀ ਆ, ਦੂਜਾ ਇਹ 2 ਡੋਜ਼ ਲੈਣੀ ਪੈਂਦੀਆਂ ਨੇ। ਪਹਿਲੀ ਡੋਜ਼ ਤੋਂ ਬਾਅਦ 21 ਦਿਨ ਬਾਅਦ ਫਿਰ ਡੋਜ਼ ਲੈਣੀ ਹੈ, ਤਾਂ ਇਮਿਊਨਿਟੀ ਸਿਸਟਮ ਤੁਹਾਡਾ ਡਿਵੈਲਪ ਹੋਣਾ ਸ਼ੁਰੂ ਹੋਣਾ ਹੈਗਾ। ਔਰ ਅਜੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਵੈਕਸੀਨਸ ਆਈਆਂ ਨੇ ਇਹ ਕਿੰਨੀ ਦੇਰ ਤੱਕ ਇਮਿਊਨਿਟੀ ਸਿਸਟਮ ਤੁਹਾਡਾ ਸਟਰੋਂਗ ਰੱਖਣਗੀਆਂ। ਕੋਈ 3 ਮਹੀਨੇ ਕਹਿ ਰਿਹਾ, ਕੋਈ 6 ਮਹੀਨੇ ਕਹਿ ਰਿਹਾ। 6 ਮਹੀਨੇ ਤੋਂ ਵੱਧ ਕੋਈ ਇੰਸ਼ੋਰ ਨਹੀਂ ਕਰ ਰਿਹਾ। ਔਰ ਇੱਕ ਗੱਲ ਹੋਰ ਸਮਝਣ ਵਾਲੀ ਹੈ, ਡਾਕਟਰ ਫੂਚੀ ਜਿਨ੍ਹਾਂ ਨੂੰ ਅਸੀਂ ਅਮਰੀਕਾ ਦੇ ਵਿੱਚ ਐਕਸਪਰਟ ਮੰਨਦੇ ਹੈਗੇ ਆ, ਉਹਨਾਂ ਦੇ ਕਹਿਣ ਮੁਤਾਬਕ ਵੈਕਸੀਨ ਤੋਂ ਬਾਅਦ ਵੀ ਤੁਹਾਨੂੰ ਮਾਸਕ ਅਜੇ ਲਾਣਾ ਪੈਣਾ, ਸੇਫ ਡਿਸਟੈਂਸ ਰੱਖਣਾ ਪੈਣਾ। ਇਹ ਨਾ ਸਮਝੋ ਕਿ ਵੈਕਸੀਨ 100% ਕਰੋਨਾ ਫ੍ਰੀ ਕਰ ਦੇਗੀ ਪੂਰੇ ਦੁਨੀਆ ਨੂੰ। ਇਹ ਫ੍ਰੀ ਨਹੀਂ ਹੋਣਾ। ਔਰ ਸਰਕਾਰਾਂ ਤੇ ਬਹੁਤ ਵੱਡਾ ਬੋਝ ਹੈ ਇਸ ਵੇਲੇ ਕਿ ਜਲਦੀ ਤੋਂ ਜਲਦੀ ਵੈਕਸੀਨ ਇੰਟਰੋਡਿਊਸ ਕੀਤੀ ਜਾਵੇ, ਤਾਂ ਜੋ ਉਹਨਾਂ ਦੇ ਖਜ਼ਾਨੇ ਦੇ ਵਿੱਚ ਜਿਹੜੇ ਘਾਟੇ ਪੈ ਰਹੇ ਨੇ ਉਹ ਰੋਕੇ ਜਾ ਸਕਣ ਔਰ ਲੋਕਾਂ ਨੂੰ ਵਾਪਸ ਕੰਮਾਂ ਤੇ ਭੇਜਿਆ ਜਾ ਸਕੇ। ਅੱਛਾ ਜੀ। ਔਰ ਵੈਕਸੀਨ ਆਉਣ ਤੋਂ ਬਾਅਦ ਜਿਹੜਾ ਸਭ ਤੋਂ ਵੱਧ ਮੈਨੂੰ ਇਸ ਵੇਲੇ ਡਰ ਲੱਗ ਰਿਹਾ ਉਹ ਇਹ ਹੈਗਾ ਕਿ ਜਦੋਂ ਵੈਕਸੀਨ ਆ ਜਾਣੀ ਹੈ ਤੇ ਜਿਹੜੇ ਬੈਨੀਫਿਟਸ ਬੰਦ ਹੋ ਜਾਣੇ ਨੇ, ਉਹਨਾਂ ਨਾਲ ਅਨਐਮਪਲੋਇਮੈਂਟ ਰੇਟ ਕੀ ਘਟੇਗਾ ਕਿ ਵਧੇਗਾ, ਇਹ ਅਜੇ ਕਿਸੇ ਨੂੰ ਵੀ ਨਹੀਂ ਪਤਾ। ਉਸ ਤੋਂ ਬਾਅਦ ਇਕਨੋਮੀ ਕਿਸ ਰੂਪ ਦੇ ਵਿੱਚ ਹੋਵੇਗੀ, ਇਹ ਕਿਸੇ ਨੂੰ ਨਹੀਂ ਪਤਾ ਵੀ ਅਗਲਾ ਸਾਲ ਕਿੱਦਾਂ ਦਾ ਚੜੇਗਾ। ਔਰ ਇੱਕ ਚੀਜ਼ ਅੰਡਰਸਟੈਂਡ ਕਰਨ ਵਾਲੀ ਹੈ ਕਿ ਜਿਹੜੀ ਸਾਡੀ ਕਨਫਿਊਜ਼ਨ ਸੀ ਕਿ ਜਿਹੜੀਆਂ ਵੈਕਸੀਨ ਹੈਗੀਆਂ ਨੇ, ਬ੍ਰਿਟੇਨ ਨੂੰ ਪਹਿਲਾਂ ਮਿਲ ਗਈ ਜੀ, ਉਸ ਨੂੰ ਇਹਨੂੰ ਪਹਿਲਾਂ ਮਿਲ ਗਈ, ਉਹ ਭੁਲੇਖਾ ਤਕਰੀਬਨ ਰਾਤ ਜਦੋਂ ਲੈਂਡ ਕੀਤਾ ਜਹਾਜ਼ ਉਹ ਕਲੀਅਰ ਹੋ ਗਿਆ ਕਿ ਕੈਨੇਡਾ ਨੂੰ ਵੀ ਸੇਮ ਵੇ ਦੇ ਵਿੱਚ ਹੀ ਮਿਲ ਰਹੀਆਂ ਨੇ। ਉਹਨਾਂ ਦੀ ਪੋਪੂਲੇਸ਼ਨ ਦੇ ਆਧਾਰ ਤੇ ਜਿੰਨੀ ਕੁ ਡੋਜ਼ ਉਹਨਾਂ ਚਾਹੀਦੀ ਆ ਉਹ ਉਨੀ ਕੁ ਉਸ ਰੇਸ਼ੋ 'ਚ ਮਿਲ ਰਹੀ ਹੈਗੀ ਆ। ਇਸ ਚੀਜ਼ ਤੋਂ ਕੈਨੇਡੀਅਨਸ ਨੂੰ ਜਾਂ ਸਾਨੂੰ ਵਰੀਡ ਹੋਣ ਦੀ ਲੋੜ ਨਹੀਂ ਹੈ ਕਿ ਸਾਡੇ ਮਤਲਬ ਕਿ ਜਿਹੜਾ ਇਸ ਵੇਲੇ ਫੈਡਰਲ ਗਵਰਨਮੈਂਟ ਹੈ ਉਹ ਬੜੀ ਮਿਹਨਤ ਕਰ ਰਹੀ ਹੈਗੀ। ਇਸ ਚੀਜ਼ ਤੋਂ ਮੈਂ ਇੰਪ੍ਰੈਸ ਹੈਗਾ। ਤੇ ਇਹਦੇ ਵਿੱਚ ਮੈਂ ਕੋਈ ਕਿੰਤੂ ਔਰ ਪਰੰਤੂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਸਮਾਂ ਹੈਗਾ ਕਿ ਸਾਨੂੰ ਇਕਮੁੱਠ ਹੋ ਕੇ ਇਸ ਦੇ ਖਿਲਾਫ ਇੱਕ ਸਮਝ ਲਓ ਕਿ ਜੰਗ ਵਾਲਾ ਮਾਹੌਲ ਹੈ, ਜਿੱਥੇ ਸਾਨੂੰ ਇਕਮੁੱਠ ਹੋ ਕੇ ਇਹਦੇ ਖਿਲਾਫ ਕਰਨਾ ਪਏਗਾ। ਔਰ ਵੈਕਸੀਨ ਤੋਂ ਬਾਅਦ ਵੀ ਸਾਨੂੰ ਪ੍ਰੀਵੈਂਟਿਵ ਜਿਹੜੇ ਹੈਗੇ ਨੇ, ਜੋ ਪ੍ਰਧਾਨ ਮੰਤਰੀ ਸਾਹਿਬ ਸਵੇਰੇ ਦੱਸ ਕੇ ਗਏ ਨੇ, ਉਹ ਲੈਣੇ ਪੈਣੇ ਨੇ। ਸੇਫ ਡਿਸਟੈਂਸ ਸਾਨੂੰ ਮੇਨਟੇਨ ਰੱਖਣਾ ਪੈਣਾ ਹੈ, ਮਾਸਕ ਸਾਨੂੰ ਲਾਣੀ ਪੈਣੀ ਹੈ, ਕਿਉਂਕਿ ਵੈਕਸੀਨ 100% ਲੋਕਾਂ ਤੱਕ ਅਗਲੇ ਸਾਲ ਅਪ੍ਰੈਲ ਤੱਕ ਨਹੀਂ ਪਹੁੰਚ ਪਾਏਗੀ। ਇਹ ਚੀਜ਼ ਸਮਝਣੀ ਪਵੇਗੀ। ਅੱਛਾ ਸੇਖੋ ਸਾਹਿਬ, ਕਿੰਨੀ ਅਪਰੋਕਸੀਮੇਟ 35 ਮਿਲੀਅਨ ਦੇ ਵਿੱਚੋਂ ਕੀ ਅੰਕੜੇ ਨੇ ਜਿਨ੍ਹਾਂ ਨੂੰ ਲੱਗਣੀ ਹੈ ਜੀ? ਦੇਖੋ ਅਜੇ ਸਰਕਾਰ ਨੂੰ ਵੀ ਨਹੀਂ ਪਤਾ ਡੋਜ਼ ਕਿੰਨੀਆਂ ਮਿਲਣੀਆਂ ਨੇ, ਔਰ ਅਜੇ ਇਹਨਾਂ ਦੇ ਕੋਲ ਮਤਲਬ ਕਿ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ ਕਿ ਕਿੱਦਾਂ ਅਸੀਂ ਵੈਕਸੀਨੇਸ਼ਨ ਡਿਸਟ੍ਰੀਬਿਊਸ਼ਨ ਕਰਨੀ, ਕਿਉਂਕਿ ਸਾਡਾ ਸਭ ਤੋਂ ਪਹਿਲਾ ਚੈਲੰਜ ਹੈਗਾ ਕਿ ਇਸ ਵੈਕਸੀਨ ਨੂੰ ਲੌਜਿਸਟਿਕਲੀ ਟਰਾਂਸਪੋਰਟ ਕਿਵੇਂ ਕਰਨਾ, ਕਿਉਂਕਿ -70 ਦੇ ਉੱਪਰ ਸਟੋਰ ਹੋਣੀ ਹੈ। ਔਰ ਇੱਕ ਪੈਕੇਟ ਜਿਹੜਾ ਹੁੰਦਾ 900 ਡੋਜ਼ ਦਾ ਹੁੰਦਾ ਹੈਗਾ ਜੀ। ਔਰ ਪੈਕੇਟ ਨੂੰ ਤੁਸੀਂ ਇੱਕ ਵਾਰੀ ਬਾਹਰ ਕੱਢ ਸਕਦੇ ਹੋ, ਕਿਉਂਕਿ ਉਹਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਲੌਜਿਸਟਿਕ ਪ੍ਰੋਬਲਮ ਹੈ, ਦੂਸਰੀ ਸਟੋਰੇਜ ਪ੍ਰੋਬਲਮ ਹੈ, ਤੀਸਰੀ ਉਹਨੂੰ
ਡਿਸਟ੍ਰੀਬਿਊਸ਼ਨ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਹੈਗੀ, ਚੈਲੰਜ ਹੈ ਇਸ ਬਹੁਤ ਵੱਡਾ। ਕਿਉਂਕਿ ਜਦੋਂ ਤੁਸੀਂ ਇੱਕ ਵਾਰ ਫ੍ਰੀਜ਼ਰ ਚ ਕੱਢਦੇ ਹੋ ਉਸ ਪੈਕਟ ਨੂੰ, ਉਹਦੇ 900 ਡੋਜ਼ ਨੇ, 900 ਬੰਦੇ ਸਾਹਮਣੇ ਖੜੇ ਹੋਣੇ ਚਾਹੀਦੇ ਨੇ ਵੈਕਸੀਨ ਲੈਣ ਦੇ। ਬਿਲਕੁਲ ਠੀਕ ਹੈ। ਉਹਨੂੰ ਤੁਸੀਂ ਕੱਢ ਲਿਆ, ਰੱਖ ਲਿਆ, ਨਹੀਂ ਕਰ ਸਕਦੇ। ਉਹਦੇ ਲਈ ਉਹਨੇ ਬੰਦਿਆਂ ਨੂੰ ਆਪਣਾ ਲਾਈਨ ਅਪ ਕਰਨਾ ਔਰ ਉਹਨੇ ਲੋਕਾਂ ਦੀ ਅਪਾਇੰਟਮੈਂਟ ਸੇਮ ਟਾਈਮ ਬਣਾਣੀ ਔਰ ਉਹਨਾਂ ਨੂੰ ਸੇਮ ਟਾਈਮ ਡਿਸਟ੍ਰੀਬਿਊਸ਼ਨ ਜਿਹੜੀ ਵੈਕਸੀਨ ਦੇਣੀ ਹੈ, ਉਹ ਵੀ ਇੱਕ ਚੈਲੰਜ। ਇਸੇ ਕਰਕੇ ਕੈਨੇਡੀਅਨ ਗਵਰਨਮੈਂਟ ਨੇ RCMP ਦੀ ਅਤੇ ਆਰਮੀ ਦੀ ਮਦਦ ਲਿੱਤੀ ਹੈ, ਕਿਉਂਕਿ ਇੱਕ ਚੈਲੰਜ ਹੈ ਇਹ। ਚੈਲੰਜ ਜਦੋਂ ਡਿਸਟ੍ਰੀਬਿਊਸ਼ਨ ਬਹੁਤ ਵੱਡੇ ਲੈਵਲ ਤੇ ਕਰਨੀ, ਮੈਂ ਦੇਖ ਰਿਹਾ ਸੀ ਕੱਲ ਨਿਊਜ਼ ਦੇ ਵਿੱਚ ਆਪਣੇ ਰਿਮੋਟ ਏਰੀਆ ਦੇ ਵਿੱਚ ਵੈਕਸੀਨ ਲਿਜਾਣ ਦੇ ਲਈ ਆਰਮੀ ਐਰੋਪਲੇਨ ਯੂਜ਼ ਕੀਤੇ ਜਾ ਰਹੇ ਨੇ, ਪਰ ਪ੍ਰੋਬਲਮ ਆ ਰਹੀ ਕਿ -70 ਦੇ ਵਿੱਚ ਕਿਵੇਂ ਕੈਰੀ ਕਰਨਗੇ ਉਹ ਫ੍ਰੀਜ਼ਰ। ਚੈਲੰਜ ਹੈ ਜੀ ਇਹਦੇ ਵਿੱਚ। ਅਜੇ ਕੋਈ ਵੀ ਤੱਥ ਕਲੀਅਰ ਨਹੀਂ ਹੈਗੇ ਕਿ 100% ਲੋਕਾਂ ਤੱਕ ਵੈਕਸੀਨ ਕਿਵੇਂ ਪਹੁੰਚੇਗੀ, ਕਿਉਂਕਿ ਇਸ ਵੇਲੇ ਸਿਰਫ ਜਿਹੜੇ ਸਾਡੇ ਫਰੰਟ ਲਾਈਨ ਵਰਕਰ ਨੇ ਤੇ 80+ ਨੇ, ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਕਿ ਪਹਿਲਾਂ ਉਹਨਾਂ ਨੂੰ ਦੇ ਦੇ, ਕਿਉਂਕਿ BC ਨੂੰ ਸਿਰਫ 4000 ਡੋਜ਼ ਮਿਲਣੀਆਂ ਸੀ ਅਗਲੇ ਹਫ਼ਤੇ। ਔਰ ਇਹ ਚੀਜ਼ ਸਮਝਣ ਵਾਲੀ ਹੈ ਕਿ 4000 ਡੋਜ਼ ਹਲੇ ਦੂਰ ਆ ਕੰਮ ਦਿੱਤੀ ਜਾਣੀ ਪਹਿਲਾਂ। ਹਾਂਜੀ, ਤੁਸੀਂ ਦੇਖੋ ਕਿ ਅੰਟੇਰੀਓ ਦੇ ਵਿੱਚ, ਟੋਰਾਂਟੋ ਦੇ ਵਿੱਚ ਜਿਹੜੀਆਂ ਪਹਿਲੀਆਂ ਡੋਜ਼ ਨੇ ਸਭ ਤੋਂ ਪਹਿਲਾਂ ਜਿਹੜੇ ਫਰੰਟ ਲਾਈਨ ਡਾਕਟਰਸ ਨੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ, ਫਰੰਟ ਲਾਈਨ ਨਰਸਿਸ ਨੂੰ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਅੱਛਾ ਸੇਖੋ ਸਾਹਿਬ, ਜਿਵੇਂ ਤੁਸੀਂ ਸਰਕਾਰ ਨੂੰ ਜਿਹੜੀਆਂ ਡੀਪ ਸਟੇਟ ਪਾਲਿਸੀਜ਼ ਨੇ ਉਹਦੇ ਤੇ ਬੜਾ ਕੰਮ ਕਰਦੇ ਹੋ, ਇਹ ਫਾਰਮਾਸਿਊਟੀਕਲ ਕੰਪਨੀਆਂ ਦੀ ਕਿਹੜੇ ਦੀ ਵੈਕਸੀਨ ਅਪਰੂਵ ਕਰਾਉਣੀ ਆ, ਲੌਬੀਇਸਟ ਦਾ ਜ਼ੋਰ ਲੱਗਿਆ ਹੋਊਗਾ ਜੀ, ਬਹੁਤ ਬਣੀ ਇਨਵੋਲਵ ਆ ਇਹਦੇ ਤੇ ਸਰਕਾਰ ਕਿੰਨੇ ਦੀ ਖਰੀਦ ਰਹੀ ਆ ਇਹ ਵੀ ਨਹੀਂ ਪਤਾ ਲੱਗ ਰਿਹਾ। ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤਕਰੀਬਨ ਜਿਹੜੀਆਂ ਅੰਦਰਲੇ ਸੋਰਸਿਸ ਤੋਂ ਬਾਹਰ ਆ ਰਹੀਆਂ ਨੇ, ਵੈਕਸੀਨੇਸ਼ਨ ਤੇ ਸਰਕਾਰ ਨੇ ਤਕਰੀਬਨ $35 ਬਿਲੀਅਨ ਦੇ ਕਰੀਬ ਕਾਸਟ ਕਰੇਗਾ। ਔਰ ਅਜੇ ਸਹੀ ਅੰਕੜੇ ਨਹੀਂ ਆ ਰਹੇ, $35 ਬਿਲੀਅਨ ਦੇ ਕਰੀਬ। ਬਿਲੀਅਨ? ਹਾਂਜੀ, ਕਿਉਂਕਿ ਵੈਕਸੀਨ ਜਿਹੜੀ ਹੈਗੀ ਕੰਟੀਨਿਊਸ ਰਹਿਣੀ ਹੈ। ਇਹ ਤੁਹਾਨੂੰ ਅਜੇ ਨਹੀਂ ਪਤਾ ਕਿ ਵੀ ਇਹ ਵੈਕਸੀਨ ਦਾ ਅਸਰ ਕਿੰਨੀ ਦੇਰ ਰਹਿਣਾ ਹੈ, ਇਸ ਕਰਕੇ ਇਹਨੂੰ ਕੰਟੀਨਿਊਸ ਰੱਖਿਆ ਜਾਣਾ ਹੈਗਾ। ਔਰ ਇਹਦੇ ਲਈ ਤੁਸੀਂ ਦੇਖੋ ਕਿ ਆਲਰੇਡੀ ਸਿਰਿੰਜਸ ਜਿਹੜੀਆਂ ਨੇ ਉਹ ਵੀ ਤਕਰੀਬਨ ਸਾਡੀ ਪੋਪੂਲੇਸ਼ਨ ਤੋਂ ਡਬਲ ਆਰਡਰ ਕੀਤੀਆਂ ਗਈਆਂ ਨੇ। ਜੇ ਸਾਡੀ ਪੋਪੂਲੇਸ਼ਨ ਤਕਰੀਬਨ 36 ਮਿਲੀਅਨ ਦੇ ਕਰੀਬ ਹੈਗੀ ਆ, ਤਾਂ 70 ਮਿਲੀਅਨ ਦੇ ਕਰੀਬ ਸਿਰਿੰਜਸ ਵਗੈਰਾ ਆਰਡਰ ਕੀਤੀਆਂ ਗਈਆਂ ਨੇ, ਕਿਉਂਕਿ 2 ਡੋਜ਼ ਲੱਗੀ। ਉਸ ਤੋਂ ਬਾਅਦ ਦੂਜੀ ਫਾਰਮਾਸਿਊਟੀਕਲ ਕੰਪਨੀਆਂ ਦੀ ਵੀ ਜਿਵੇਂ ਅਪਰੂਵ ਹੁੰਦੀਆਂ ਨੇ ਵੈਕਸੀਨਸ, ਉਹ ਵੀ ਆ ਜਾਣੀਆਂ ਨੇ, ਪਰ ਕਿਸੇ ਨੂੰ ਵੀ ਇੰਸ਼ੋਰ ਨਹੀਂ ਹੈਗਾ ਕਿ ਇਹ ਇਫੈਕਟਿਵ ਹੈਗੀਆਂ ਕਿ ਨਹੀਂ ਹੈ, ਕਿਉਂਕਿ ਅਜੇ ਪ੍ਰਾਇਮਰੀ ਟ੍ਰਾਇਲ ਦੇ ਉੱਪਰ ਹੀ ਇਹਨਾਂ ਨੂੰ ਅਪਰੂਵ ਕਰ ਦਿੱਤਾ ਗਿਆ ਕਿ ਜਿਨ੍ਹਾਂ ਦੇ ਰਿਜ਼ਲਟ 90% ਆਏ ਨੇ, 99% ਆਏ ਨੇ, ਉਹਨਾਂ ਨੂੰ ਅਪਰੂਵ। ਉਹਨਾਂ ਦੇ ਸਾਈਡ ਇਫੈਕਟ ਨਹੀਂ ਪਤਾ, ਉਹਨਾਂ ਦੀਆਂ ਰਿਐਕਸ਼ਨਸ ਨਹੀਂ ਪਤਾ ਹੈਗੀਆਂ। ਤੁਸੀਂ ਦੇਖੋ ਕਿ ਬ੍ਰਿਟੇਨ ਦੇ ਅੰਦਰ ਜਦੋਂ ਪਹਿਲੇ ਦਿਨ ਹੀ ਵੈਕਸੀਨ ਦਿੱਤੀ ਗਈ, 2 ਬੰਦਿਆਂ ਨੂੰ ਅਲਰਜੀ ਸੀਗੀ, ਉਹਨਾਂ ਨੂੰ ਰਿਐਕਟ ਕਰ ਗਈ। ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਤੁਹਾਡੇ ਧਿਆਨ 'ਚ ਲਿਆਉਣਾ ਚਾਹਾਂਗਾ ਤੁਹਾਡੇ ਸਰੋਤਿਆਂ ਦੇ, ਕਿ 16 ਸਾਲ ਤੋਂ ਘੱਟ ਬੱਚਿਆਂ ਤੇ ਟੈਸਟ ਨਹੀਂ ਕੀਤੀ ਗਈ, ਇਸ ਕਰਕੇ ਇਹਦੇ ਨਤੀਜੇ ਅਜੇ ਸਾਨੂੰ ਪਤਾ ਨਹੀਂ ਹੈ। ਔਰ ਤੁਸੀਂ ਦੇਖੋ ਕਿ ਕੋਵਿਡ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਇਨਫੈਕਟਡ ਹੋ ਰਹੇ ਨੇ ਤਾਂ ਯੂਥ ਹੋ ਰਿਹਾ, ਜਿਹੜਾ ਮਤਲਬ ਕਿ 18 ਸਾਲ ਤੋਂ ਉੱਪਰ ਤੇ 25 ਸਾਲ ਤੋਂ ਥੱਲੇ ਦਾ ਹੈਗਾ ਜੀ, 25 ਜਾਂ 30 ਸਾਲ ਤੋਂ ਥੱਲੇ ਦਾ। ਤੇ ਉਹ ਕਿਉਂਕਿ ਇਹ ਜਿਹੜਾ ਨਾ ਗਣਿਤ ਹੈਗਾ ਜਿਹੜਾ ਫੈਡਰਲ ਸਰਕਾਰ ਦਾ, ਉਹ ਕਿਤੇ ਵੀ ਮਤਲਬ ਕਿ ਕੈਲਕੂਲੇਸ਼ਨ ਬੇਸ ਇਸ ਵੇਲੇ ਨਹੀਂ ਚੱਲ ਪਾ ਰਿਹਾ। ਚਾਹੇ ਤੁਸੀਂ ਡੈਫੀਸ਼ੀਐਂਟ ਨੂੰ ਲੈ ਲਓ, ਪਹਿਲਾਂ 125 ਬਿਲੀਅਨ ਕਹਿ ਰਹੇ ਸੀ, ਹੁਣ 400 ਬਿਲੀਅਨ ਤੋਂ ਉੱਪਰ ਕ੍ਰਾਸ ਹੋ ਗਿਆ। ਅਗਲੇ ਸਾਲ ਤੱਕ ਆਂਦੇ ਟੋਟਲ ਡੈਫੀਸ਼ੀਐਂਟ ਜਿਹੜਾ ਹੈਗਾ ਉਹ 1 ਟ੍ਰਿਲੀਅਨ ਤੋਂ ਉੱਪਰ ਕਰਜ਼ਾ ਸਰਕਾਰ ਦੇ ਸਿਰ ਤੇ ਹੋ ਜਾਣਾ ਹੈਗਾ। ਮੈਂ ਕਹਿੰਦਾ ਕਿ ਕੈਨੇਡੀਅਨ ਲੋਕਾਂ ਦੇ ਸਿਰ ਤੇ ਜਿਹੜਾ ਕੋਵਿਡ ਦੇ ਕਰਕੇ ਨੁਕਸਾਨ ਹੋਇਆ, ਕਿਉਂਕਿ $5 ਬਿਲੀਅਨ ਐਵਰੇਜ ਔਨ ਵੀਕਲੀ ਇਹਨਾਂ ਨੇ ਹਾਊਸਿੰਗ ਮਾਰਕੀਟ ਨੂੰ ਬਚਾਉਣ ਲਈ ਪੰਪ ਇਨ ਕੀਤਾ, ਜਿੰਦੇ ਕਰਕੇ ਹਾਊਸਿੰਗ ਪ੍ਰਾਈਸਿੰਗ ਇਨਫਲੇਟ ਕੀਤੀਆਂ ਨੇ। ਔਰ ਅੱਛਾ ਜੀ, ਲੋਕਾਂ ਨੂੰ ਅਜੇ ਤੱਕ ਨਹੀਂ ਸਮਝ ਪਾ ਰਹੇ ਕਿ ਵੀ ਇਹ ਹੋ ਕੀ ਰਿਹਾ। ਦੇਖੋ ਅਸਲ ਜਿਹੜੇ ਨਤੀਜੇ ਨੇ ਉਹ ਅਗਲੇ ਸਾਲ ਤੋਂ ਪਤਾ ਲੱਗਣੇ ਸ਼ੁਰੂ ਹੋਣੇ ਆ, ਮਾਰਚ ਅਪ੍ਰੈਲ ਤੋਂ ਬਾਅਦ, ਕਿ ਸਾਡਾ ਕਿੰਨਾ ਨੁਕਸਾਨ ਹੋਇਆ ਔਰ ਇਕਨੋਮੀ ਦਾ ਕਿੰਨਾ ਨੁਕਸਾਨ ਹੋਇਆ, ਬੇਰੁਜ਼ਗਾਰੀ ਦਰ ਕੀ ਰਹੀ ਔਰ ਕਿੰਨੇ ਲੋਕ ਬੇਰੁਜ਼ਗਾਰ ਹੋਏ। ਕਿਉਂਕਿ ਬਹੁਤ ਸਾਰੇ ਲੋਕਾਂ ਦੀ ਹੁਣ ਬੈਂਕਰਪਸੀਜ਼ ਵੀ ਫਾਈਲ ਹੋਣੀਆਂ, ਜਦੋਂ ਤੁਹਾਡੀਆਂ ਬੈਂਕ ਡੈਫਰਲ ਪੇਮੈਂਟ ਜਿਹੜੀਆਂ ਨੇ ਉਹ ਤੁਹਾਨੂੰ ਵਾਪਸ ਭਰਨੀਆਂ ਪੈਣੀਆਂ ਨੇ, ਤੁਹਾਡਾ ਸਰਵ ਬੰਦ ਹੋ ਜਾਣਾ, ਤੁਹਾਡੇ ਬੈਨੀਫਿਟ ਬੰਦ ਹੋ ਜਾਣੇ ਆ, ਜੌਬ ਤੇ ਪੂਰੇ ਆਵਰਸ ਨਹੀਂ ਮਿਲਣੇ,
ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਕਿਵੇਂ ਰਿਕਵਰ ਕਰਦੀਆਂ, ਉਹ ਵੀ ਇੱਕ ਚੈਲੰਜ ਹੈ ਬਹੁਤ ਵੱਡਾ ਸਰਕਾਰ ਦੇ ਲਈ। ਉਹ ਚੈਲੰਜ ਨੂੰ ਕਿਵੇਂ ਇਹ ਸੋਲਵ ਕਰਦੇ, ਅਜੇ ਤੱਕ ਇਹਨਾਂ ਕੋਲ ਕੋਈ ਐਸਾ ਰੋਡ ਮੈਪ ਨਹੀਂ ਹੈਗਾ ਜਿਹੜੇ ਦੱਸ ਸਕਣ ਸਾਨੂੰ ਕਿ ਅਸੀਂ ਏਦਾਂ ਰਿਕਵਰ ਕਰਾਂਗੇ। ਸਿਰਫ ਕਿਆਸ ਰਹੀਆਂ ਨੇ ਸਾਰੀਆਂ, ਕਿਉਂਕਿ ਕਿਆਸ ਰਹੀਆਂ ਤੇ ਹੀ ਸਾਰਾ ਕੁਝ ਚੱਲ ਰਿਹਾ ਹੈ। ਔਰ ਹਾਂ, ਥੈਂਕ ਯੂ ਗਿੱਲ ਸਾਹਿਬ, ਥੈਂਕ ਯੂ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਜਿਹੜੇ ਥੋੜਾ ਤੁਸੀਂ ਮੈਨੂੰ ਟਾਈਮ ਦਿੰਦੇ ਹੈਗੇ ਹੋ, ਔਰ ਮੈਂ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਜੀ। ਥੈਂਕ ਯੂ ਸੇਖਰ ਸਾਹਿਬ। ਜਿਹੜਾ ਤੁਸੀਂ ਨਾ ਜੀ ਲੌਬੀਇਸਟ ਤੇ ਇੱਕ ਕੰਮ ਕਰ ਰਹੇ ਹੋ, ਉਹਦੇ ਲਈ ਵੀ ਮੈਂ ਤੁਹਾਨੂੰ ਇੱਕ ਦਿਨ ਲਿਆਉਣਾ ਚਾਹੁੰਦਾ ਤੇ ਗੱਲ ਕਰਨੀ ਚਾਹੁੰਦਾ। ਤਾਂ ਜਸਵਿੰਦਰ ਸਿੰਘ ਜੀ, ਲਾਈਨ ਨੰਬਰ 3। ਹੈਲੋ ਜਸਵਿੰਦਰ, ਹਾਂਜੀ ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ, ਲਵਾਉਣੀ ਚਾਹੀਦੀ ਹੈ ਜਾਂ ਨੁਕਸਾਨ ਤੇ ਕੋਈ ਹੈ ਨਹੀਂਗਾ, ਬੈਨੀਫਿਟ ਹੀ ਬੈਨੀਫਿਟ ਹੈ। ਆਪਣਾ ਸਾਡੇ ਤੇ ਇੱਥੇ ਗਵਰਨਮੈਂਟ ਫ੍ਰੀ ਦੇਣ ਦੀ ਹੈ, ਜਾ ਕੇ ਦੇਖੋ ਪੈਸਾ ਨਾ ਲੱਗਣੀ। ਹਾਂ ਬਿਲਕੁਲ ਠੀਕ ਹੈ। ਨਾਲੇ ਅਸਲ ਇੱਕ ਹੋਰ ਵੀ ਸਰ ਜੀ, ਜਿਹੜਾ ਨਾ ਮਨ ਤੇ ਵਹਿਮ ਹੈ ਉਹ ਦੂਰ ਹੋਣਾ ਚਾਹੀਦਾ। ਉਹ ਬਹੁਤ ਵੱਡਾ ਔਖਾ ਕੰਮ ਹੋਇਆ। ਕੋਈ ਵਹਿਮ ਨਹੀਂ ਗਿੱਲ ਸਾਹਿਬ, ਇਹਦਾ ਬੈਨੀਫਿਟ ਹੀ ਹੈ, ਨੁਕਸਾਨ ਨਾ ਲਾਉਣ ਨਾਲੋਂ ਤਾਂ ਨਹੀਂ ਲੋਕਾਂ ਦੇ ਵਿੱਚ ਬਈ ਇਹ ਵੈਕਸੀਨ ਆਵੇ ਤੇ ਦੁਨੀਆ ਦਾ ਕੰਮ ਸ਼ੁਰੂ ਹੋਵੇ। ਮੈਂ ਉਹਦੀ ਗੱਲ ਕਰਨੀ ਚਾਹੁੰਦਾ ਬਈ ਉਹ ਜਿਹੜਾ ਲੋਕਾਂ ਦੇ ਉੱਪਰ ਵਹਿਮ ਹੈ ਉਹ ਬਹੁਤ ਵੱਡੀ ਗੱਲ ਹੈ। ਇਸ ਲਈ ਛੇਤੀ ਲੋਕਾਂ ਨੂੰ ਲਵਾਉਣੀ ਵੀ ਚਾਹੀਦੀ। ਬਿਲਕੁਲ ਗਿੱਲ ਸਾਹਿਬ, ਇਹ ਥੈਂਕਸ ਕਰਨਾ ਚਾਹੀਦਾ ਸਾਡੇ ਕੈਨੇਡੀਅਨ ਲੋਕਾਂ ਨੂੰ ਕਿ ਸਾਡੀ ਗਵਰਨਮੈਂਟ ਨੇ ਪਹਿਲ ਕੀਤੀ ਆ, ਔਰ ਫੇਸਬੁੱਕ ਤੇ ਫੋਟੋ ਵੀ ਸ਼ੇਅਰ ਕੀਤੀ ਆ ਜਿਹੜਾ ਜਹਾਜ਼ ਉੱਤਰ ਲਿਆ ਲੈਂਡ ਕਰਕੇ ਕੱਢਣ ਲਿਆ ਨੇ। ਇਟਸ ਵੈਰੀ ਗੁੱਡ opportunity provided by government to the people. ਬਿਲਕੁਲ ਠੀਕ ਗੱਲ ਤੁਹਾਡੀ, ਬਿਲਕੁਲ ਠੀਕ ਹੈ। ਥੈਂਕ ਯੂ ਸਰ ਜੀ। ਸਰ ਦਲਜੀਤ ਸਿੰਘ ਜੀ, ਲਾਈਨ ਨੰਬਰ 2। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਇਹ ਆਪਣੀ ਜਿਹੜੀ ਆਈ ਆ ਵੈਕਸੀਨ, ਇਹਦੇ ਨਾਲ ਕੀ ਫਰਕ ਪਊਗਾ। ਮੈਨੂੰ ਲੱਗਦਾ ਜੀ ਕਾਫੀ ਜ਼ਿਆਦਾ ਫਰਕ ਪਊਗਾ। ਇੱਕ ਤਾਂ ਲੋਕਾਂ ਦੇ ਮਨਾਂ ਚੋਂ ਡਰ ਨਿਕਲ ਜਾਊ ਕਿ ਇਹ ਬਿਮਾਰੀ ਹੁਣ ਹੱਥਾਂ ਦੇ ਕੰਟਰੋਲ 'ਚ ਆ ਗਈ, ਨੰਬਰ 1। ਉਸ ਤੋਂ ਬਾਅਦ ਲੋਕੀ ਕੰਮ ਤੇ ਜ਼ਿਆਦਾ ਜਾਣੇ ਸ਼ੁਰੂ ਹੋ ਜਾਣਗੇ, ਇਕਨੋਮੀ ਚੱਲੇਗੀ ਜੀ। ਤੇ ਜਿੱਥੇ ਦਾ ਕੈਨੇਡੀਅਨ ਦਾ ਸਵਾਲ ਹੈ, ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਕੈਨੇਡਾ ਗਵਰਨਮੈਂਟ ਨੇ ਆਪਣੀ ਵਸੋਂ ਵਾਸਤੇ 6 ਟਾਈਮ ਵੈਕਸੀਨੇਟ ਕਰਨ ਦੇ ਲਈ ਜਿਹੜੀ ਦਵਾਈ ਹੈ ਇਹ ਆਰਡਰ ਕੀਤੀ ਆ। ਮੀਨਸ ਪੂਰੇ ਕੈਨੇਡਾ ਨੂੰ ਤੁਸੀਂ 6 ਵਾਰ ਉਹ ਵੈਕਸੀਨੇਟ ਕਰ ਸਕਦੇ ਆ, ਜਿਹਦਾ ਮਤਲਬ ਇਹ ਆ ਕਿ 2 ਸਾਲ ਦਾ ਟਾਈਮ ਤਾਂ ਲਗਭਗ ਹੈਗਾ ਹੀ ਆ ਕੈਨੇਡੀਅਨ ਲੋਕਾਂ ਕੋਲ, ਤੇ ਉਹ ਬਿਨਾਂ ਕਿਸੇ ਦੂਜੇ ਤੋਂ ਬੜੇ ਆਰਾਮ ਨਾਲ ਕੰਮਾਂ ਤੇ ਜਾ ਸਕਦੇ ਆ, ਤੇ ਇਕਨੋਮੀ ਚੱਲੂਗੀ ਜੀ। ਮੈਨੂੰ ਲੱਗਦਾ ਨੈਕਸਟ ਈਅਰ ਤਾਂ ਕਾਫੀ ਵਧੀਆ ਚੱਲੂਗੀ ਤੇ ਗਰੋ ਅਪ ਕਰੂਗਾ। You're listening to 1550 AM KRPI Ferndale. The views expressed are not necessarily those of the staff, management, or ownership of this station. ਜਿਹੜਾ ਨਾ ਜੀ ਸਟਿਗਮਾ ਦਿਮਾਗ ਤੇ ਲੋਕਾਂ ਦੇ ਜਿਹੜਾ ਕੋਈ ਸਾਰਾ ਕੁਝ ਬੰਦ ਹੋਇਆ, ਇਹਦੇ ਚੋਂ ਨਿਕਲਣਾ ਚਾਹੀਦਾ। ਮੈਂ ਇਸ ਚੀਜ਼ ਦਾ ਧਾਰਨੀ ਆ। ਵੈਕਸੀਨੇਸ਼ਨ ਸ਼ੁਰੂ ਹੋ ਗਈ, ਸਾਡੀ ਵਾਰੀ ਹੁਣ ਆ ਜਾਵੇ, 6 ਮਹੀਨੇ ਨੂੰ ਆ ਜਾਵੇ ਐਟਲੀਸਟ। ਜੇ ਕੋਈ ਐਮਰਜੈਂਸੀ ਹੁੰਦੀ, ਕੋਈ ਚੀਜ਼ ਹੱਥ 'ਚ ਆ ਗਈ, ਮੇਰੇ ਖਿਆਲ ਇਹ ਵੀ ਸੋਚਣੀ ਆ। ਹਾਂਜੀ ਬਿਲਕੁਲ, ਇਹੀ ਤਾਂ ਗੱਲ ਹੈ ਕਿ ਮਤਲਬ ਇੱਕ ਚਿੰਗਾਰੀ ਜੇ ਦੇਖੀ ਕਿ ਹਾਂਜੀ ਮੂਰੇ ਸੂਰਜ ਨਿਕਲਣ ਲੱਗਿਆ, ਹੁਣ ਬਸ ਹੁਣ ਫਲਾਕ ਦੇ ਵਿੱਚ ਹੀ ਨਿਕਲ ਜਾਣਾ ਸੂਰਜ, ਤੇ ਵਧੀਆ ਮੁੜ ਕੇ ਅੱਗੇ ਵਾਂਗੂ ਹੀ ਕੰਮ ਹੋ ਜਾਣਾ। ਉਹ ਜਿੱਦਾਂ ਦਿਮਾਗ ਦੇ ਪ੍ਰੈਸ਼ਰ ਹੈ ਉਹ ਨਿਕਲ ਜਾਣਾ ਚਾਹੀਦਾ ਹੁਣ ਤਾਂ। ਹਾਂ ਬਿਲਕੁਲ ਠੀਕ ਹੈ, ਬਿਲਕੁਲ ਠੀਕ। ਥੈਂਕ ਯੂ। ਅਵਤਾਰ ਸਿੰਘ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ, ਜਿਹੜੀ ਇਹ ਵੈਕਸੀਨ ਆ, ਮੇਰੇ ਖਿਆਲ 'ਚ ਮੈਂ ਜਿੱਥੋਂ ਤਾਈਂ ਇਹਨੂੰ ਸਾਇੰਸ ਦੇ ਬੇਸ ਤੇ ਸਟੱਡੀ ਕੀਤਾ, ਇਹੋ ਜਿਹੜੀ ਇੰਨਾ ਬਾਹਲਾ ਕੁਝ ਅਚੀਵ ਨਹੀਂ ਹੋਣਾ। ਇਹ ਸਿੰਪਲੀ ਇੱਕ ਪੋਲੀਟੀਕਲ ਪੁਲਾਏ ਆ। ਉਹਦੇ ਵਿੱਚ ਸਾਰਿਆਂ ਤੋਂ ਵੱਡੀ ਪ੍ਰੋਬਲਮ ਹੈਗੀ, ਜਿਹੜੀ ਕੋਈ ਵੀ ਡਾਕਟਰ ਵੀ ਨਹੀਂ, ਕੋਈ ਬੰਦਾ ਵੀ ਨਹੀਂ ਫੋਰਫਰੰਟ ਤੇ ਲਿਆ ਰਿਹਾ, ਉਹ ਹੈਗੀ ਹੈ ਕਿ ਕੋਈ ਵੀ ਜਿਹੜੀ ਵੈਕਸੀਨ ਆ, ਦੋਨੇ ਜਿਹੜੀਆਂ ਅਪਰੂਵ ਹੋਈਆਂ, ਮੋਡਰਨਾ ਦੀ ਅਪਰੂਵ ਹੋ ਜਾਣੀ ਨੈਕਸਟ ਵੀਕ, ਇਹੋ ਜਿਹੜੀ ਆ, ਇਹਨਾਂ 'ਚੋਂ ਕੋਈ ਵੀ ਵੈਕਸੀਨ ਜਿਹੜੀ ਆ ਉਹ ਵਾਇਰਲ ਲੋਡ ਨਹੀਂ ਘਟਾਉਂਦੀ, ਸਿਰਫ ਸਿੰਪਟਮਸ ਨੂੰ ਨਲੀਫਾਈ ਕਰਦੀ ਆ। ਠੀਕ ਹੈ ਜੀ। ਉਹਦੇ ਨਾਲ ਕੀ ਹੋਣਾ, ਹੁਣ ਤੁਸੀਂ 20% ਪਾਪੂਲੇਸ਼ਨ ਨੂੰ ਲਾਤੀ ਵੈਕਸੀਨ ਲਾਤੀ, ਜੇ ਉਹਨਾਂ ਨੂੰ ਡਿਜ਼ੀਜ਼ ਹੋ ਵੀ ਗਈ, ਉਹਨਾਂ ਨੂੰ ਸਿੰਪਟਮ ਨਹੀਂ ਹੋਣੇ, ਪਰ ਉਹਨਾਂ ਦੇ ਵਿੱਚ ਵਾਇਰਸ ਹੋਣੀ, ਉਹ ਦੂਜੇ ਲੋਕਾਂ ਨੂੰ ਟ੍ਰਾਂਸਮਿਟ ਕਰਨਗੇ।
ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਉਦੋਂ ਤਾਂ ਵੈਕਸੀਨ ਸ਼ੁਰੂ ਨਹੀਂ ਸੀ ਕਰਨੀ ਚਾਹੀਦੀ ਜਦੋਂ ਤੱਕ ਇਹਨਾਂ ਕੋਲ ਇਹ ਨਾ ਹੁੰਦਾ ਵੀ ਮੈਜੋਰਿਟੀ ਆਫ ਪੋਪੂਲੇਸ਼ਨ ਨੂੰ ਵੈਕਸੀਨੇਟ ਕਰ ਸਕਦੇ ਸੀ, ਜਾਂ ਵੈਕਸੀਨ ਉਹ ਜਿੱਦਾਂ ਦੂਜੀ ਹੈਗੀ ਆਕਸਫੋਰਡ ਦੀ ਵੈਕਸੀਨ ਹੈ ਜਿਹੜੀ ਵਾਇਰਲ ਲੋਡ ਵੀ ਘਟਾਉਂਦੀ ਆ, ਜਾਂ ਉਹਦੀ ਵੇਟ ਕਰਦੇ। ਮੇਰੇ ਖਿਆਲ 'ਚ ਮਤਲਬ ਸਾਰਾ ਕੁਝ ਮੋਰ ਔਰ ਲੈਸ ਪੋਲੀਟੀਕਲ ਆ। ਜਿਹੜੇ ਲੋਕ ਮੈਡੀਕਲ ਫੀਲਡ ਦੇ ਵਿੱਚ ਇਹਨਾਂ ਫੀਲਡਾਂ ਦੇ ਕੰਮ ਕਰਦੇ ਉਹ ਵੀ ਜਿਹੜੇ ਹੈਗੇ ਪੇਂਟਡ ਆ ਪੋਲੀਟੀਕਲੀ, ਤਾਂ ਕਰਕੇ। ਅਦਰਵਾਈਜ਼ ਕਿਉਂਕਿ ਜੇ ਤੁਸੀਂ ਬਿਟਵੀਨ ਲਾਈਨਸ ਕੀ ਜੇ ਤੁਸੀਂ ਵਬ ਲਾਈਨਸ ਵੀ ਪੜੋ, ਅਨਪੜ੍ਹ ਬੰਦਾ ਵੀ ਪੜੋ, ਉਹ ਇਹੀ ਕਹਿੰਦਾ ਵੀ ਵੈਕਸੀਨ ਜਿਹੜੀ ਆ ਸਿੰਪਲੀ ਤੁਹਾਨੂੰ ਸਿੰਪਟਮ ਨਹੀਂ ਹੋਣ ਦਊਗੀ, ਇਹ ਤੋਂ ਬਿਨਾਂ ਉਹ ਵਾਇਰਲ ਲੋਡ ਨਹੀਂ ਘਟਾਉਂਦੀ। ਵਾਇਰਲ ਲੋਡ ਜਿਹੜਾ ਉੱਥੇ ਤੁਰਿਆ ਫਿਰੂਗਾ ਉਹ ਬਾਕੀ ਲੋਕਾਂ 'ਚ ਜ਼ਿਆਦਾ ਘਟੂਗਾ। ਇਸ ਕਰਕੇ ਤਾਂ ਕਰਕੇ ਉਹ ਕਹਿੰਦੇ ਹਾਲੇ ਤੁਹਾਨੂੰ ਵੈਕਸੀਨ ਲਾਉਣ ਤੋਂ ਬਾਅਦ ਵੀ ਤੁਹਾਨੂੰ ਮਾਸਕਾਂ ਵਗੈਰਾ ਪਾਉਣੀਆਂ ਪੈਣੀਆਂ। ਜਦ ਤਾਈਂ ਮੈਜੋਰਿਟੀ ਆਫ ਲੋਕਾਂ 'ਚ ਵੈਕਸੀਨੇਸ਼ਨ ਨਹੀਂ ਹੁੰਦੀ, ਉਹ ਜਾ ਕੇ ਆਪਣੀ ਅਪ੍ਰੈਲ 'ਚ ਹੋਣੀ ਆ, ਸ਼ੁਰੂ ਹੀ ਅਪ੍ਰੈਲ 'ਚ ਹੋਣੀ ਮੋਸਟ ਲਾਈਕਲੀ। ਉਹ ਸਮਵੇਅਰ ਇਨ ਮਿਡਲ ਆਫ ਨੈਕਸਟ ਈਅਰ ਤੇ ਜਾ ਕੇ ਉਹ ਕਿਤੇ ਆਪਾਂ ਨੂੰ ਕੋਈ ਰਿਲੀਫ ਮਿਲੂਗਾ। ਉਹ ਰਿਐਲਿਟੀ ਹੈ। ਥੈਂਕ ਯੂ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਆ ਵੀ ਇੱਕ ਪਾਰਟ ਹੈ, ਟੈਕਨੀਕਲ ਬੰਦੇ ਫਿਰ ਜਿਹੜੀ ਦੱਸ ਕੇ ਜਾਂਦੇ ਨੇ, ਸਮਝਾ ਜਾਂਦੇ ਨੇ ਗੱਲ, ਉਹ ਵੀ ਅਸਲ ਇਹਦੇ ਪਿੱਛੇ ਕੀ ਚੱਲ ਰਿਹਾ। ਖੈਰ ਇਹਦੇ 'ਚ ਜਿਹੜਾ ਰਾਜਨੀਤਿਕ ਬਹੁਤ ਜਿਹੜੀ ਮੈਂ ਪ੍ਰਾਈਸ ਟੈਗ ਤੇ ਵੀ ਦੱਸ ਕੇ ਗਏ ਨੇ ਸੇਖੋਂ ਸਾਹਿਬ, ਇਹ ਅਪਰੋਕਸੀਮੇਟ $30 ਬਿਲੀਅਨ ਦੇ ਕਰੀਬ ਇਹਦਾ ਖਰਚਾ ਹੈ। ਖੈਰ 200 ਬਿਲੀਅਨ ਤਾਂ ਖਰਚੀ ਬੈਠੇ ਆ, 200-300 ਬਿਲੀਅਨ ਜਿਹੜਾ ਸਰਬ ਦੇ ਵਿੱਚ ਤੇ ਐਮਰਜੈਂਸੀ ਜਿਹੜਾ ਸਬਸਿਡੀ ਬੇਸ ਸਬਸਿਡੀ ਤੇ ਆਮ ਲੋਕਾਂ ਨੂੰ ਜਿਨ੍ਹਾਂ ਨੇ ਨਾ ਸਰਬ ਲਿਆ ਨਾ ਸਬਸਿਡੀ ਲਈ ਹੈ, ਐਟਲੀਸਟ ਉਹਨਾਂ ਨੂੰ ਇਹ ਤਾਂ ਮਿਲੂਗੀ। ਇਹ ਗੱਲ ਸੋਚ ਰਹੇ ਨੇ। ਜਸਪ੍ਰੀਤ ਸਿੰਘ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਗੱਲ ਇਹ ਹੈਗੀ ਹੈ ਜੀ ਵੀ ਜਿਹੜੀ ਆਪਣੇ ਦਿੱਲੀ ਵਾਲੇ ਡਾਕਟਰ ਸਾਹਿਬ ਸੀਗੇ ਜੀ, ਇੱਕ ਬਿਸਪਰੂ ਰਾਏ ਚੌਧਰੀ, ਜੋ ਉਹਨਾਂ ਨੇ ਕਿਹਾ ਸੀਗਾ ਉਹੋ ਹੀ ਹੋ ਰਿਹਾ। ਜਿੱਦਾਂ ਉਹਨਾਂ ਨੇ ਕਿਹਾ ਸੀਗਾ ਵੀ ਇਹ ਸਾਰਾ ਪਖੰਡ ਇਹਨਾਂ ਨੇ ਸ਼ੁਰੂ ਕਰਨਾ ਹੈ ਔਰ ਇਹਨਾਂ ਨੇ ਵੈਕਸੀਨ ਵੀ ਕੱਢਣੀ ਹੈ, ਫਿਰ ਇਹਨਾਂ ਨੇ ਪੈਸਾ ਵੀ ਕਮਾਉਣਾ ਹੈ। ਤੁਸੀਂ ਇੱਕ ਗੱਲ ਦੇਖੋ ਕਿੱਡਾ ਤਗੜਾ ਬਿਜ਼ਨਸ ਹੋਇਆ ਇਸ ਚੀਜ਼ ਦਾ। ਜਿਹੜਾ ਮਾਸਕ ਨੂੰ ਕਦੀ ਕੋਈ ਪੁੱਛਦਾ ਨਹੀਂ ਸੀ, ਉਹ ਮਾਸਕ ਕਿੰਨੀ ਗਿਣਤੀ 'ਚ ਵਿਕੇ, ਸੈਨੀਟਾਈਜ਼ਰ, ਦਸਤਾਨੇ। ਹੁਣ ਤੁਹਾਨੂੰ ਘੱਟੋ ਘੱਟ 3-4 ਸਾਲ ਚਿੱਕੂ ਜਾਂ ਮੂਹਰੇ ਚਾੜ ਕੇ ਰੱਖਣੇ ਪੈ ਗਏ। ਮੈਂ ਕਹਿੰਦਾ ਜਿਹੜਾ ਕੋਈ ਮਾਸਕ ਲਾ ਦਿੰਦਾ ਹੈ ਨਾ, ਉਹਦੀ ਸ਼ਕਲ ਨਹੀਂ ਪਛਾਣੀ ਜਾਂਦੀ ਵੀ ਇਹ ਬੰਦਾ ਕੌਣ ਹੈ। ਮਾਸਕ ਪਾ ਕੇ ਸਗੋਂ ਪਤਾ ਲੱਗਦਾ ਬੰਦਾ ਕੌਣ। ਮੇਨ ਗੱਲ ਇਹ ਹੈ ਜੀ, ਹਾਸੇ ਵਾਲੀ ਗੱਲ ਤੋਂ ਬਾਅਦ, ਜਦੋਂ ਗਿੱਲ ਸਾਹਿਬ ਆਪਣੇ ਨੂੰ ਇਨਫਲੂਐਂਜ਼ਾ ਹੁੰਦਾ ਨਾ, ਜਿਹਨੂੰ ਆਪ ਸਧਾਰਨ ਭਾਸ਼ਾ ਜਿਹਨੂੰ ਆਪਾਂ ਜ਼ੁਕਾਮ ਕਹਿੰਦੇ ਆ, ਹੈਲੋ, ਹਾਂਜੀ, ਉਹਦੇ ਵਿੱਚ 75% ਜਿਹੜਾ ਜ਼ਿੰਮੇਦਾਰ ਵਾਇਰਸ ਹੁੰਦਾ ਹੈ ਜੀ, ਉਹਦਾ ਨਾਮ ਹੁੰਦਾ ਰਹੀਨੋ ਵਾਇਰਸ। ਤੇ ਜਿਹੜਾ 25% ਜ਼ਿੰਮੇਵਾਰ ਹੁੰਦਾ ਉਹ ਹੁੰਦਾ ਹੈ ਕਰੋਨਾ ਵਾਇਰਸ। ਕਰੋਨਾ ਵਾਇਰਸ ਅੱਜ ਦਾ ਨਹੀਂ, ਬਹੁਤ ਪੁਰਾਣਾ ਹੈ। ਇਹਨਾਂ ਨੇ ਕੀ ਕੀਤਾ, ਕਰੋਨਾ ਦੀ ਪ੍ਰੋਟੈਕਸ਼ਨ ਕਰਤੀ ਹੈ, ਤਾਂ ਹੀ ਕਰਕੇ ਉਹ ਫੇਫੜਿਆਂ ਦੇ ਉੱਤੇ ਆਮ ਕਰਕੇ ਜੋ ਸਾਨੂੰ ਕਦੀ ਜ਼ੁਕਾਮ ਹੁੰਦਾ ਤਾਂ ਸਾਡਾ ਸਿਰਫ ਨੱਕ ਦਾ ਕੰਮ ਹੁੰਦਾ ਹੈ, ਰੇਸ਼ਾ ਵਗਦਾ ਹੈ, ਛਾਤੀ ਬਾਹਲੀ ਨਹੀਂ ਫੜੀ ਜਾਂਦੀ। ਪਰ ਜਦੋਂ ਇਹਦੀ ਪੋਟੈਂਸੀ ਵਧਾ ਕੇ ਇਹਨੂੰ 100 ਤੇ ਕਰ ਦਿੱਤਾ ਤਾਂ ਸਾਡੀ ਜਿਨ੍ਹਾਂ ਨੂੰ ਲੰਗਸ ਦੀ ਪ੍ਰੋਬਲਮ ਸੀ ਉਹ ਮਰਨੇ ਸ਼ੁਰੂ ਹੋ ਗਏ। ਜਿਵੇਂ ਬਾਕੀ ਕੱਲ ਕਹਿ ਕੇ ਕਹਿੰਦੇ ਬਾਕੀ ਫਲੂ ਸ਼ਾਟ ਵਰਗਾ ਹੀ ਲਵਾ ਲੂੰਗੇ ਤੇ ਇਹ ਨਹੀਂ ਵੀ ਖਤਮ ਹੋ ਜਾਣਾ ਆ। ਪਰ ਇੱਕ ਗੱਲ ਯਾਦ ਰੱਖਣ ਦੀ ਹੈ ਕਿ ਲਵਾਉਣ ਤੋਂ ਬਾਅਦ ਇਹਦੇ ਜਿਹੜੇ ਸਿੰਪਟਮ ਹਰੇਕ ਬੰਦੇ ਉੱਤੇ ਅਲੱਗ-ਅਲੱਗ ਆਉਣੇ ਨੇ। ਕਿਸੇ ਨੂੰ ਕਿਹੜੀ ਵੀਕਨੈਸ ਆਉਣੀ, ਕਿਸੇ ਨੂੰ ਕਿਹੜੀ ਵੀਕਨੈਸ ਆਉਣੀ। ਤੁਹਾਨੂੰ ਪਤਾ ਹੋਣਾ ਇੱਕ ਜਨਾਨੀ ਨੇ ਕੇਸ ਕੀਤਾ ਹੋਇਆ ਅਦਾਲਤ ਕਿ ਵੈਕਸੀਨ ਲਵਾ ਕੇ ਤੇ ਮੇਰੇ ਬੰਦੇ 'ਚ ਕਮਜ਼ੋਰੀ ਆ ਗਈ ਹੈ ਸਰੀਰਕ। ਏਦਾਂ ਦੀਆਂ ਬੜੀਆਂ, ਕਿਉਂਕਿ ਹਰੇਕ ਦੀ ਆਪੋ ਆਪਣੀ ਤਸਵੀਰ ਹੈ। ਜਿਵੇਂ ਤੁਸੀਂ ਕਿਹਾ ਕਈਆਂ ਨੂੰ ਹੋ ਗਿਆ ਪਰ ਉਹਨਾਂ ਨੂੰ ਪਤਾ ਨਹੀਂ ਲੱਗਾ ਤੇ ਨਾ ਹੀ ਉਹਨਾਂ ਨੇ ਪਤਾ ਲੱਗਣ ਦਿੱਤਾ। ਹਾਂਜੀ, ਇਸੇ ਤਰੀਕੇ ਨਾਲ ਇਹ ਵੈਕਸੀਨੇਸ਼ਨ ਦਾ ਵੀ ਇਹੀ ਅਸਰ ਹੋਣਾ ਹੈ ਜੀ। ਧੰਨਵਾਦ ਜੀ। ਵਿਸ਼ਵਰੂਪ ਚੌਧਰੀ ਉਹਨਾਂ ਦੀਆਂ ਤਾਂ ਜਦੋਂ ਪਾਉਂਦੇ ਨੇ ਜੋ ਉਸੇ ਸਮੇਂ ਚੱਕ ਦਿੰਦੇ ਆ ਜੀ। ਉਹਨਾਂ ਦੀਆਂ ਤਾਂ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਹੋਈਆਂ ਨੇ, ਡਾਇਟ ਜਿਹੜੀ ਉਹ ਕੀਟੋ ਡਾਇਟ ਕਹਿੰਦੇ ਨੇ ਵੀ ਕੋਈ ਵੀ ਬਿਮਾਰੀ ਆ ਫਰੂਟ ਸ਼ੁਰੂ ਕਰ ਦਿਓ 10% ਆਪਣੀ ਬਾਡੀ weight ਦਾ। 70 ਕਿਲੋ ਤੋਂ 700 ਗ੍ਰਾਮ ਫਰੂਟ 12 ਵਜੇ ਤੋਂ ਪਹਿਲਾਂ 4 ਫਰੂਟ ਖਾ ਲਓ। ਕੁਛ ਨਹੀਂ ਚਾਹ ਪੀਣੀ, ਕੁਛ ਨਹੀਂ ਕਰਨਾ। ਦੁਪਹਿਰ ਤੋਂ ਬਾਅਦ ਜਿਹੜੀ ਦੁਪਹਿਰ ਦਾ ਲੰਚ ਕਰਨਾ ਤਾਂ 5% ਦੇ ਕਰੀਬ ਤੁਹਾਡਾ 350 ਗ੍ਰਾਮ ਸੈਲਡ ਖਾਣਾ। ਬੇਸਿਕਲੀ ਉਹ ਰਾਅ ਡਾਈਟ ਤੇ ਤੁਹਾਨੂੰ ਲੈ ਜਾਂਦੇ ਨੇ ਤੇ ਉਸ ਦੇ ਬਾਅਦ ਤੁਸੀਂ ਠੀਕ ਹੋ ਜਾ। तो गलबात चल रही है कि वैक्सीनेशन जिहड़ी शुरू हो चुकी है उसकी बेनिफिट
ਆਪਾਂ ਨੂੰ ਕੀ ਨੇ ਬੈਨੀਫਿਟ ਤਾਂ ਖੈਰ ਹੈ ਹੀ ਨੇ, ਪਰ ਨਾਲ ਬੜਾ ਇਹ ਜਿਹੜਾ ਇਸ਼ੂ ਇੱਕ ਜਿਹੜਾ ਨਾਲ ਇਹਦੇ ਕੰਟਰੋਵਰਸੀ ਚੱਲ ਰਹੀਆਂ ਨੇ ਦੁਨੀਆ ਦੇ ਵਿੱਚ, ਜਿਹੜੀਆਂ ਖਾਸ ਤੌਰ ਤੇ ਡਾਕਟਰ ਵਿਸ਼ਵਰੂਪ ਚੌਧਰੀ ਦੀ ਗੱਲ ਭਾਈ ਸਾਹਿਬ ਪਿਛਲੇ ਕਰਕੇ ਗਏ ਨੇ, ਤੇ ਉਹ ਗੱਲ ਵੀ ਖਾਸੀ ਸੁਣਨ ਵਾਲੀ ਹੈ ਉਹਨਾਂ ਦੀ। ਖੈਰ ਉਹ ਤਾਂ ਸਾਰੀਆਂ ਬਿਮਾਰੀਆਂ ਤੇ ਆਪ ਉਹ ਡਾਕਟਰ ਸੀ, ਡਾਕਟਰ ਤੋਂ ਬਾਅਦ ਫਿਰ ਉਹ ਇੱਧਰ ਨੂੰ ਹੋ ਗਏ। ਹੋਰ ਨੇ ਇੱਕ ਡਾਕਟਰ ਸ਼ਿੱਬੜ ਨੇ SEOL SOL, ਉਹ ਵੀ ਉਹ ਸਰਜਨ ਸਨ। ਉਹਨਾਂ ਹੁਣ ਬਿਨਾਂ ਚੀਰ ਫਾੜ ਤੇ ਉਹਨਾਂ ਨੇ ਇਹ ਗੱਲ ਕਹੀ ਹੋਈ ਆ ਬਈ ਇਹ ਜਿਹੜੀ ਇਹ ਵਰਥ ਹੀ ਨਹੀਂ ਹੈ, ਮਤਲਬ ਕੋਈ ਸਰਜਰੀ ਤੋਂ ਪਹਿਲਾਂ ਉਹ ਹੋਲਿਸਟਿਕ ਅਪਰੋਚ ਦੇ ਨਾਲ ਠੀਕ ਕਰਦੇ ਆ ਬੰਦੇ ਨੂੰ। ਸੋ ਇਹ ਅਲਟਰਨੇਟਿਵਸ ਨੇ ਐਨੀਵੇਜ਼। ਪਰ ਫਿਰ ਵੀ ਇੱਕ ਸੁੱਖ ਦਾ ਸਾਹ ਜਿਹੜੇ ਨਾ ਵੱਡੀ ਕਮਿਊਨਿਟੀ ਜਿਹੜੀ ਹੈ ਆਪਣੀ ਜ਼ਿਆਦਾ ਜਿਹੜੇ ਸੋਚ ਰਹੇ ਨੇ ਸਾਰਾ ਕੁਝ ਰੁਕਿਆ ਹੋਇਆ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਸੀ ਵੀ ਕਾਹਦੇ ਇਹ ਸ਼ੁਰੂ ਹੋਊ, ਉਹ ਗੱਲ ਬਹੁਤ ਇਹਦੇ ਨਾਲ ਇੱਕ ਗੁੱਡ ਖਬਰ ਹੈ ਕਿ ਵੈਕਸੀਨ ਪਹੁੰਚ ਗਈ ਤੇ ਲੱਗਣੀ ਸ਼ੁਰੂ ਹੋ ਜੂ, ਵਾਰੀ ਆ ਜਾਣੀ ਹੈ। ਇਹ ਇਹੋ ਜਿਹੀ ਗੱਲ ਨਹੀਂ ਕਿ ਇਹਦਾ ਹੁਣ ਬਹੁਤ ਦੇਸ਼ ਨੇ ਜਿਹੜੀਆਂ ਜਿੱਥੇ ਇਹ ਫ੍ਰੀ ਨਹੀਂ ਹੋਣੀ। ਹੁਣ ਭਾਰਤ ਵਰਗੇ ਦੇਸ਼ ਦੇ ਵਿੱਚ ਉੱਥੇ ਕਰੋੜਾਂ ਰੁਪਈਆ ਦੇ ਵਿੱਚ ਹੁਣ ਪਾਰਲੀਮੈਂਟ ਤਾਂ ਬਣਾ ਰਿਹਾ, ਪਾਰਲੀਮੈਂਟ ਦੀ ਫੋਟੋ ਵੇਖਿਓ, ਨਕਸ਼ਾ ਵੇਖਿਓ, ਤੇ ਪਰ ਮੇਰੇ ਖਿਆਲ ਇੱਕ ਇਹਦੇ ਚ ਜਿਹੜੀ ਚੀਜ਼ ਸੋਚਣ ਵਾਲੀ ਹੈ, ਜਿਹੜਾ ਸਵਾਲ ਵੀ ਪੁੱਛਿਆ ਕਈਆਂ ਨੇ ਵੀ ਵੈਸੇ ਪਹਿਲਾਂ ਉਹ ਕਹਿੰਦੇ ਨੇ ਫਰੰਟ ਲਾਈਨ ਵਰਕਰਸ ਨੂੰ ਹੈਲਥ ਕੇਅਰ ਪ੍ਰੋਫੈਸ਼ਨਲ ਨੂੰ ਲੱਗਣੀ, ਪਰ ਇਹਦੇ ਵਿੱਚ ਕੋਈ ICU ਚ ਚਲੇ ਗਿਆ, ਕੋਈ ਐਮਰਜੈਂਸੀ ਚਲੇ ਗਿਆ, ਉਹਦੇ ਲੱਗੂ ਫਿਰ? ਇਹ ਇੱਕ ਬਹੁਤ ਵਧੀਆ ਸਵਾਲ ਹੈ, ਕਿਉਂਕਿ ਪ੍ਰਿਤਪਾਲ ਸਿੰਘ ਹੋਣੀ ਜਿਵੇਂ ਕਹਿ ਗਏ 900 ਡੋਸਿਸ ਨੇ, ਉਹ 900 ਬੰਦਾ ਲਾਈਨ ਅਪ ਹੋਣਾ ਚਾਹੀਦਾ, ਫਿਰ ਉਹ ਇੱਕ ਵਾਰ ਕੱਢ ਕੇ ਲਾਉਣੀਆਂ ਹੀ ਪੈਣੀਆਂ, ਕਿਉਂਕਿ ਟੈਂਪਰੇਚਰ ਦਾ ਬਹੁਤ ਜ਼ਿਆਦਾ ਇੱਕ ਵੱਡਾ ਇਸ਼ੂ ਹੈ ਇਹਦੇ ਚ। ਐਨੀਵੇਜ਼ ਇਹਦੇ ਤੇ ਹੋਰ ਸਵਾਲ ਆਈ ਜਾਣੇ ਨੇ, ਤੇ ਗੱਲ ਇੱਕ ਚੱਲੀ। ਇੱਕ ਖਬਰ ਮੈਂ ਤੁਹਾਡੇ ਨਾਲ ਹੋਰ ਵਰਲਡ ਲੈਵਲ ਤੇ ਸਾਂਝੀ ਕਰਨੀ ਚਾਹੁੰਦਾ ਹੈ, ਉਹ ਇਹ ਹੈ ਇੰਟਰਨੈਸ਼ਨਲ ਜਿਹੜੀ ਨਿਊਜ਼ ਨੇ ਉਹਦੇ ਵਿੱਚ ਇੱਕ ਤਾਂ ਤੁਹਾਡੇ ਕਿਸਾਨ ਸੰਘਰਸ਼ ਦੀਆਂ ਜਿਹੜੀਆਂ ਖਬਰਾਂ ਹੁਣ ਛਪਣੀਆਂ ਲੱਗ ਗਈਆਂ। ਜਿਹੜੀ ਅਲ ਜਜ਼ੀਰਾ ਇੱਕ ਬਹੁਤ ਵੱਡਾ ਇੱਕ ਨਿਊਜ਼ ਨੈਟਵਰਕ ਹੈ, ਅਲ ਜਜ਼ੀਰਾ ਖਬਰਾਂ ਵੀ ਅਲ ਜਜ਼ੀਰਾ ਵੈਬਸਾਈਟ ਤੇ ਜਾ ਕੇ ਫੋਟੋਆਂ ਤੁਹਾਡੀਆਂ ਇੰਡੀਅਨ ਫਾਰਮਰਸ ਸਾਡੇ ਆਪਣੇ ਪ੍ਰੋਟੈਸਟ ਦੀਆਂ ਗੱਲਾਂ ਕਰਨ ਲੱਗ ਗਏ। ਉਹਦੇ 'ਚ ਪਹਿਲਾਂ ਵੀ ਖੈਰ ਖਬਰ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਾ ਇਹ ਨਿਊਜ਼ ਚੈਨਲ ਹੈ, ਤਾਂ ਹੀ ਇਹਦੇ ਤੇ ਇਹਨੂੰ ਧੱਕਾ ਕਰ ਰਹੇ ਸੀ ਵੀ ਇਹਨੂੰ ਬੰਦ ਕਰੋ। ਕਤਰ ਬੇਸਡ ਹੈ, ਜ਼ਿਆਦਾਤਰ BBC ਦੇ ਜਰਨਲਿਸਟ, ਉਹ ਇੰਗਲੈਂਡ ਤੋਂ ਹੀ ਲੈ ਕੇ ਜ਼ਿਆਦਾ ਜਰਨਲਿਸਟ ਜਿਹੜੇ ਨੇ ਇੰਗਲਿਸ਼ ਐਕਸੈਂਟ ਦੇ ਨੇ। ਹੋਇਆ ਕੀ ਹੈ ਕਿ ਜੱਦਾ ਦੇ ਵਿੱਚ ਸਾਊਦੀ ਪੋਰਟ ਤੇ ਇੱਕ ਆਇਲ ਟੈਂਕਰ ਭਰਿਆ ਖੜਾ ਸੀ, ਉਹਦੇ ਵਿੱਚ ਇੱਕ ਕਹਿੰਦੇ ਨੇ ਉਹ ਟੈਰਰਿਸਟ ਜਿਹੜਾ ਐਕਟ ਹੋਇਆ, ਜਿਹੜੇ ਹੌਦੀਜ਼ ਨੇ ਆਪਣੇ ਵਿਰੋਧੀ, ਉਹਨਾਂ ਦੇ ਮਤਲਬ ਹਿੱਸੇ ਲਾ ਰਹੇ ਨੇ ਬਈ ਇੱਕ ਵੋਟ ਭਰ ਕੇ ਬਰੂਦ ਦੀ ਉਹਨਾਂ ਨੇ ਟੈਂਕਰ ਦੇ ਵਿੱਚ ਮਾਰੀ। ਇਹਦੇ ਨਾਲ ਬੜੀ ਇੱਕ ਜਿਹੜੇ ਦੁਨੀਆ ਦੇ ਸਿਕਿਉਰਿਟੀ ਦੇ ਬੜੇ ਬੰਦੇ ਆ, ਉਹਨਾਂ ਨੇ ਕਿਹਾ ਵੀ ਇਹ ਫਿਰ ਇਹਨਾਂ ਦਾ ਇਹਦਾ ਮਤਲਬ ਸਾਊਦੀ ਅਰਬ ਦੇ ਕੋਲ ਤਾਂ ਸਿਕਿਉਰਿਟੀ ਨਹੀਂ ਹੈ, ਇਹਦਾ ਨਵਲ ਸਿਸਟਮ ਹੀ ਨਹੀਂ। ਜੇ ਇੱਕ ਵੋਟ ਆ ਕੇ ਵਿੱਚ ਲੱਗਦੀ ਹੈ ਉਹਨਾਂ ਦੇ ਪਾਣੀਆਂ ਦੇ ਵਿੱਚ, ਇਹ ਤਾਂ ਵੱਡੀ। ਐਂਡਰਿਊ ਸਪ੍ਰੇਗ ਨੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਕਿੰਗਜ਼ ਕਾਲਜ ਲੰਡਨ ਦੇ, ਉਹ ਕਹਿੰਦੇ ਇਹ ਬਹੁਤ ਕਰੂਸ਼ਲ ਫੈਸਿਲਿਟੀ ਹੈ ਜੱਦੇ ਦੀ, ਜਿਹੜੀ ਇਹ ਪੋਰਟ ਹੈ। ਜੇ ਇਹ ਐਕਸਪਲੋਜ਼ਿਵ ਨਾਲ ਭਰੀ ਹੋਈ, ਬਰੂਦ ਨਾਲ ਭਰੀ ਹੋਈ ਆ ਕੇ ਕਿਸ਼ਤੀ ਉੱਥੇ ਲੱਗੀ ਆਇਲ ਟੈਂਕਰ ਦੇ ਵਿੱਚ, ਤੇ ਇਹ ਕਹਿੰਦਾ ਸਿੰਪਲ ਨਹੀਂ ਹੈ, ਹਾਈ ਸਿਕਿਉਰਿਟੀ ਟਾਰਗੇਟ ਹੈ। ਹਾਈ ਸਿਕਿਉਰਿਟੀ ਜੱਦਾ ਪੋਰਟ ਤੇ ਨੇਵੀ ਦੀ ਐਡੀ ਸਿਕਿਉਰਿਟੀ ਹੈ
ਰੈੱਡ ਸੀ ਵਾਲੇ ਪਾਸੇ ਆ, ਇਹ ਕਿਵੇਂ ਗਿਆ ਕਹਿੰਦੇ। ਮਤਲਬ ਡਾਕਟਰ ਕਰੇਕ ਨੇ ਇਹਦੇ ਤੇ ਜਿਹੜਾ ਬਹੁਤ ਨੈਸ਼ਨਲ ਇੰਟਰਨੈਸ਼ਨਲ ਸਿਕਿਉਰਿਟੀ ਦਾ ਬੜਾ ਮਾਹਰ ਹੈ, ਉਹਦਾ ਮੈਂ ਲੇਖ ਪੜ੍ਹ ਰਿਹਾ ਸਵੇਰੇ। ਉਹ ਕਹਿੰਦਾ ਵੀ ਮੈਨੂੰ ਇਹਦੇ ਵਿੱਚੋਂ ਕੁਝ ਨਾ ਕੁਝ ਇਹ ਲੱਗਦਾ ਹੈ ਵੀ ਇੱਧਰੋਂ ਇਲੈਕਟੋਰਲ ਵੋਟਾਂ ਪੈ ਰਹੀਆਂ। ਅੱਜ ਫਾਈਨਲ ਹੋ ਰਿਹਾ ਆਪਣੇ ਜੋ ਬਾਈਡਨ ਉਹਨਾਂ ਤੋਂ ਅੱਗੇ ਜਿਹੜਾ ਮੁਹੰਮਦ ਬਿਨ ਸਲਮਾਨ MBS ਦਾ ਭਵਿੱਖ ਫੜੇ ਹੋਏ ਬੰਦੇ ਜਿਹੜੇ ਨੇ, ਇਹਦੇ ਚ ਗੱਲ ਗੜਬੜ ਹੋਣੀ ਆ। ਤਾਂ ਹੀ ਤਾਂ ਮਾਈਕ ਪੋਂਪੀਓ ਏਸ਼ੀਆ ਚ ਮੁੜ ਨਹੀਂ ਰਿਹਾ। ਕਦੇ ਆਹ ਦੇਸ਼ ਦੁਬਈ, ਕਦੇ ਇਜ਼ਰਾਈਲ, ਕਦੇ ਮੋਰਾਕੋ, ਕਦੇ ਇੱਥੇ ਹੁਣ ਮੋਰਾਕੋ ਦੀ ਸੰਧੀ ਕਰਾਈ ਆ ਪਿਛਲੇ ਦਿਨੀ ਇਜ਼ਰਾਈਲ ਨਾਲ, ਸਾਈਨ ਤੇ ਸਾਈਨ। ਮਤਲਬ ਜਿਹੜਾ ਹੁਣ ਅਗਲਾ ਕੰਮ ਹੋ ਕੀ ਰਿਹਾ ਵੀ 4 ਸਾਲਾਂ ਦੇ ਵਿੱਚ ਜੋ ਬਾਈਡਨ ਨੂੰ ਉਲੱਦਣਾ ਹੈ ਤੇ ਮੁੜ ਕੇ ਦੁਬਾਰਾ ਫੇਰ ਆਉਣਾ, ਇੱਕ ਟਰਮ ਲਈ ਦੁਬਾਰਾ ਫੇਰ ਖੜ ਸਕਦਾ ਹੈ। ਸਰਪੰਚ ਨੇ ਮੁੜਨਾ ਨਹੀਂ। ਭੇੜੂ। ਭੁਲਿੰਦਰ ਸਿੰਘ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੈਕਸੀਨ ਤੇ ਸਾਰਿਆਂ ਦੇ ਵਧੀਆ, ਜਿਵੇਂ ਵੀ ਆਪਦੇ ਸੋਚ ਮੁਤਾਬਕ ਸਾਰਿਆਂ ਦੇ ਵਿਚਾਰ ਆ ਰਹੇ ਹੈਗੇ ਨਾ, ਧੰਨਵਾਦ। ਵੈਕਸੀਨ ਦਾ ਚਲੋ ਜਦੋਂ ਜਿਹਦਾ ਨੰਬਰ ਆਉਣਾ ਜਾਂ ਜਿਹਨੂੰ ਲੱਗਣੀਆਂ ਲੱਗ ਜਾਣੀਆਂ, ਜਾਂ ਜਿਹਨੂੰ ਰੀਲੀ ਵੀ ਜ਼ਿਆਦਾ ਲੋੜ ਆ ਉਹਨੂੰ ਵੀ ਲੱਗ ਜਾਣੀਆਂ, ਠੀਕ ਹੈ ਜੀ। ਪਰ ਇਹਦੇ ਨਾਲ ਇੱਕ ਜਿਹੜੀ ਮੈਨੂੰ ਲੱਗਦਾ ਵੀ ਬੰਦਿਆਂ ਦੇ ਮਨਾਂ 'ਚ ਇੱਕ ਸੀਗਾ ਨਾ ਡਰ, ਖਾਸ ਕਰਕੇ ਤੁਹਾਨੂੰ ਜਿਹਨੂੰ ਵੀ ਕਰੋਨਾ ਹੋਇਆ, ਬਹੁਤ ਬੰਦੇ ਸੁਣਦੇ ਵੀ ਹੋਣਗੇ ਜਿਹਨਾਂ ਨੂੰ ਹੋਇਆ ਵੀ ਹੋਊ, ਠੀਕ ਵੀ ਹੋ ਗਏ। ਉਹ ਜਦੋਂ ਹੁੰਦਾ ਵਾ ਉਦੋਂ ਤਾਂ ਸਿਰਫ ਇੱਕ ਬੁਖਾਰ ਆ, ਠੀਕ ਹੈ ਜੀ, ਥੋੜੀ ਜਿਹੀ ਘਬਰਾਹਟ ਹੋਊ ਜਾਂ ਕੁਝ ਵੀ ਹੁੰਦਾ, ਉਹ ਠੀਕ ਹੋ ਜਾਂਦਾ। ਪਰ ਉਹ ਤੋਂ ਉਸ ਵੇਲੇ ਜਾਂ ਉਦੋਂ ਬਾਅਦ ਜਿਹੜਾ ਤੁਹਾਡੇ ਮਾਨਸਿਕ ਤੌਰ ਤੇ ਤੁਹਾਡੇ ਪਰਿਵਾਰ, ਤੁਹਾਡੀ ਰਿਸ਼ਤੇਦਾਰੀ ਤੁਹਾਨੂੰ ਨੈਗਲੈਕਟ ਕਰਦੀ ਆ ਨਾ, ਉਹ ਬਹੁਤ ਵੱਡਾ, ਉਹ ਉਦੋਂ ਵੀ ਭੈੜੀ ਆ ਉਹ। ਸਾਰੀ ਉਮਰ ਤੁਹਾਡੇ ਮਨ 'ਚ, ਮੈਂ ਹੱਥ ਬੰਨ ਕੇ ਬੇਨਤੀ ਕਰਦਾ, ਜੇ ਕਿਸੇ ਨੂੰ ਹੋਇਆ, ਪਹਿਲੀ ਗੱਲ ਤਾਂ ਇੱਕ ਹੋਰ, ਚਲੋ ਤੁਸੀਂ ਵੀ ਬਹੁਤ ਵਾਰੀ ਆਖਿਆ ਤੁਹਾਨੂੰ ਬੁਖਾਰ ਆ ਹਨਾ, ਚਾਹੇ ਉਹ ਕਰੋਨਾ ਹੈਗਾ ਜਾਂ ਨਹੀਂ ਹੈਗਾ, ਤੁਸੀਂ ਇੱਕ ਵਾਰੀ ਸਾਫ਼ ਕਰੜੇ ਮਨ 'ਚ ਕਹਿ ਦੋ ਵੀ ਭਰਾ ਮੇਥੋਂ ਹੋ ਜਾ ਪਰੇ, ਮੈਨੂੰ ਹੈਗਾ ਬੁਖਾਰ, ਖੰਘ, ਜ਼ੁਕਾਮ, ਕੁਛ ਵੀ ਆ, ਆਈ ਡੋਂਟ ਨੋ ਕਿ ਮੈਨੂੰ ਕਰੋਨਾ ਜਾਂ ਵਟ ਐਵਰ ਜੋ ਵੀ ਆ, ਵੀ ਮੇਥੋਂ ਰਹਿ ਪਰੇ, ਮੈਂ ਨਹੀਂ ਤੇਰੇ ਨੇੜੇ ਆਉਣਾ ਨਾ ਮੈਨੂੰ। ਉਸ ਟਾਈਮ ਜੇ ਤੁਸੀਂ ਕਹਿ ਦਿੰਦੇ ਹੋ ਨਾ ਇੱਕ ਵਾਰੀ ਘੋੜਾ ਘੁੱਟ ਭਰ ਕੇ, ਸ਼ਾਇਦ ਕਈ ਬੰਦਿਆਂ ਦਾ ਬਚਾਅ ਹੋ ਜਾਂਦਾ। ਪਰ ਅਸੀਂ ਆਪਦੇ ਦਿਮਾਗ 'ਚ ਇਹ ਪਾ ਲਿਆ ਵੀ ਸ਼ਾਇਦ ਵੀ ਬਸ ਦੁਨੀਆ ਦੀ ਸਭ ਤੋਂ ਭੈੜੀ, ਦੁਨੀਆ ਦਾ ਜਿਵੇਂ ਨਾ ਮਰਨੀ ਹੋ ਜੂ ਵੀ ਜੇ ਮੈਂ ਦੱਸਤਾ ਵੀ ਭਾਈ ਮੈਂ ਬਿਮਾਰ ਆ, ਅੱਧੇ ਤੋਂ ਜ਼ਿਆਦਾ ਬੰਦੇ ਇਹੀ ਰਗੜੇ ਗਏ, ਠੀਕ ਆ ਜੀ। ਚਲੋ ਉਹ ਵੀ ਠੀਕ ਆ, ਕੋਈ ਗੱਲ ਨਹੀਂ, ਹੋ ਗਿਆ। ਪਰ ਮੈਨੂੰ ਲੱਗਦਾ ਵੈਕਸੀਨ ਆਉਣ ਨਾਲ ਥੋੜਾ ਜਿਹਾ ਉਹ ਬੰਦੇ ਜਿਹੜੇ, ਚਲੋ ਡਰ ਹੁੰਦਾ ਵਾ, ਪਰ ਯਾਰ ਜੇ ਦੁੱਖ 'ਚ ਨੀਂਦ ਘਰ ਦਾ ਕਿਸੇ ਨਾਲ ਖੜਿਆ ਤਾਂ ਖੜੂਗਾ ਕਦੋਂ? ਉਹਨਾਂ ਬੰਦਿਆਂ ਦੇ ਮਨਾਂ 'ਚ ਇਹ ਸ਼ਾਇਦ ਹੋ ਜੂ ਵੀ ਚਲੋ ਦਵਾਈ ਆ ਗਈ ਵੀ, ਜੇ ਚਲੋ ਕੁਝ ਹੋ ਗਈ ਵੀ ਗਿਆ, ਕਿਸੇ ਨੂੰ ਦਵਾਈ ਲੱਗ ਜੂਗੀ, ਚਲੋ ਠੀਕ ਹੋ ਜੂ। ਪਰ ਜਿਹੜਾ ਗਾਹਾਂ ਸਾਰੀ ਉਮਰ ਦੇ ਤੁਸੀਂ ਐਕਸਪੀਰੀਅੰਸ ਖੱਟ ਲਿਆ, ਉਹ ਇਹੀ ਆ ਵੀ ਬੰਦਾ ਦਵਾਈ ਨਾਲ ਵੀ ਠੀਕ ਹੋ ਜੂ, ਉਦਾਂ ਵੀ ਠੀਕ ਹੋ ਜਾਂਦਾ। ਕਹਿੰਦੇ ਆ ਵੀ 14 ਦਿਨਾਂ ਬਾਅਦ ਚਲੇ ਜਾਓ ਬਾਹਰ, ਨਾਰਮਲ ਆ, ਸਾਰਾ ਕੁਝ ਓਕੇ ਆ। ਪਰ ਉਹ ਜਦੋਂ ਆਪਦੀ ਰਿਸ਼ਤੇਦਾਰੀ ਰਿਜੈਕਟ ਕਰਨ ਲੱਗ ਜਾਂਦੀ ਆ ਨਾ, ਉਹ ਤਾਨੇ ਮੈਨੇ ਸੁਣਨੇ ਪੈਂਦੇ ਆ ਵੀ ਇੱਥੇ ਨਾ ਆਇਓ, ਆਹ ਨਾ ਹੋਇਓ, ਐ ਹੋ ਜੂ, ਫਲਾਨਾ ਹੋ ਜੂ। ਈਵਨ ਕਿ ਤੁਹਾਡੇ ਜੇ ਬੱਚੇ ਵੀ ਹੋਣ, ਬੱਚਿਆਂ ਨੂੰ ਵੀ, ਹਾਲਾਂਕਿ ਬੱਚੇ ਭਾਵੇਂ ਠੀਕ ਹੋਣ ਕੁਝ ਵੀ, ਉਹਨਾਂ ਨੂੰ ਵੀ ਜਦੋਂ ਬੰਦਾ ਕਹਿੰਦਾ ਨਾ ਕਿ ਉਹ ਨਹੀਂ ਜੀ ਸਾਰੀ ਉਮਰ, ਉਹ ਕਰੋਨਾ ਤੋਂ ਵੀ ਭੈੜੀ ਆ ਚੀਜ਼ ਉਹ। ਧੰਨਵਾਦ। ਥੈਂਕ ਯੂ। ਦੂਸਰੀ ਗੱਲ, 4,40,000 ਕੈਨੇਡੀਅਨਸ ਨੂੰ CRA ਕਹਿਣਾ ਵੀ ਭਾਈ ਮੋੜੋ, ਜਿਹੜੇ ਲੈ ਗਏ ਤੁਸੀਂ ਸਰਵ ਦੇ ਵਿੱਚ, ਤੁਸੀਂ ਵੀ ਐਲੀਜੀਬਲ ਨਹੀਂ ਸੀ। ਗੱਲ ਹੈ ਵੀ 2019 ਚ $5,000 ਦੀ ਇਨਕਮ ਚਾਹੀਦੀ ਹੈ ਐਲੀਜੀਬਲ ਹੋਣ ਲਈ। ਇਹ ਉਹਦੇ ਬਿਨਾਂ ਅਪਲਾਈ ਨਹੀਂ ਸੀ ਤੁਸੀਂ ਕਰ ਸਕਦੇ, ਜਾਂ ਪਿਛਲੇ 12 ਮਹੀਨੇ ਚ। ਹੁਣ ਉਹਦੇ ਚ ਇਸ਼ੂ ਇਹ ਹੋਇਆ, ਜਿਸ ਤਰ੍ਹਾਂ ਇਹ ਲੱਗਦਾ ਹੈ ਕਿ 2 ਜਗ੍ਹਾ ਲੋਕਾਂ ਨੇ ਅਪਲਾਈ ਕਰ ਦਿੱਤਾ। ਕਈਆਂ ਨੇ ਸਰਵਿਸ ਕੈਨੇਡਾ ਨੂੰ ਵੀ ਕਰ ਦਿੱਤਾ। ਸਵੇਰ ਦੀਆਂ ਖਬਰਾਂ ਜਿਹੜੀਆਂ CBC ਤੇ ਸੀ, ਉਹ ਕਹਿੰਦੇ ਵੀ ਨਾਲ ਹੀ CRA ਚ ਕਰਤਾ। ਇਹ ਤਾਂ ਗੱਲ ਫਿਰ ਸਿਸਟਮ ਜਿਹੜੀ ਹੈ, ਸਿਸਟਮ ਕਿਵੇਂ ਕੰਮ ਕਰਦਾ ਹੈ ਜੀ? CRA ਸਰਵਿਸ ਕੈਨੇਡਾ
ਆਪਸ ਵਿੱਚ ਇਹਨਾਂ ਦਾ ਕੋਈ ਤਾਲਮੇਲ ਨਹੀਂ ਜੇ ਦੋ ਜਗ੍ਹਾ ਅਪਲਾਈ ਕਰਤਾ ਬੰਦਿਆਂ ਨੇ। ਹੁਣ ਕੀ ਕਹਿ ਰਹੇ ਨੇ ਵੀ 31 ਦਸੰਬਰ ਤੱਕ ਇਹ ਮੋੜੋ। ਹੁਣ ਅਗਲੇ ਨੇ ਚੰਡ ਤੇ 5-7 ਹਜ਼ਾਰ ਡਾਲਰ ਕਿਸੇ ਦੇ ਘਰੇ ਆ ਗਿਆ, ਉਹਨੇ ਵਰਤ ਲਿਆ, ਕੋਈ ਫਰਨੀਚਰ ਲੈ, ਕਿਸੇ ਨੇ ਗੱਡੀ ਠੀਕ ਕਰਾ ਲਈ, ਕਿਸੇ ਨੇ ਕੋਈ। ਹੁਣ ਕਹਿੰਦੇ ਵੀ ਜੇ 31 ਦਸੰਬਰ ਨੂੰ ਨਹੀਂ ਆਉਂਦਾ ਤੇ ਕਰਨਗੇ 2020 ਦਾ ਟੈਕਸ ਭਰਨਾ, ਕਹਿੰਦੇ ਉਹਦੇ ਵਿੱਚ ਅਸੀਂ ਪਾ ਲੈਣੇ ਨੇ, ਉਹ ਫਿਰ ਉਹਦੇ ਚ ਐਡ ਕਰਾਂਗੇ ਤੇ ਉਹ ਸਾਨੂੰ ਛੇਤੀ ਚਾਹੀਦੇ ਨੇ ਵਾਪਸ। ਸਰਕਾਰ ਦੇ ਕੇ ਪੈਸੇ ਵਾਪਸ ਬਹੁਤ ਛੇਤੀ ਮੰਗਦੀ ਹੈ। ਅਸੀਂ ਕਹਿੰਦੇ ਆ ਵੀ ਹੁਣ 4,41,000 ਨੂੰ ਐਜੂਕੇਸ਼ਨ ਲੈਟਰ ਭੇਜੇ ਨੇ ਕੈਨੇਡੀਅਨ। ਉਹ ਕਿਹਨੂੰ ਨੇ ਵੀ ਭਾਈ ਤੁਸੀਂ ਨਹੀਂ ਸੀ ਲੈ ਸਕਦੇ, ਤੁਸੀਂ ਆ ਸਾਡੇ ਪੈਸੇ ਮੋੜੋ। ਅਨਏਬਲ ਟੂ ਕਨਫਰਮ, ਮੋਸਟਲੀ ਜ਼ਿਆਦਾਤਰ ਉਹਦੇ ਚ $5,000 ਜਿਹੜੇ ਕਨਫਰਮ ਨਹੀਂ ਸੀ ਕਰਦੇ, ਹਰੇਕ ਨੇ ਚੱਕਤਾ। ਜਦੇ ਇਹ ਗੱਲ ਬੜੀ ਹੋਈ ਆ ਵੀ ਚਲੋ ਕਰ ਦੋ, ਅਪਲਾਈ ਕਰ ਦੋ, ਇਹ ਤਾਂ ਸਾਰਿਆਂ ਨੂੰ ਦੇਈ ਜਾਂਦੇ ਨੇ, ਸਾਰੇ ਜਿਹੜੇ ਘਰੇ ਬੈਠੇ ਨੇ। $5,000 ਜਿਹੜੀ ਇਨਕਮ ਹੈ ਉਹਦਾ ਇੱਕ ਬਹੁਤ ਵੱਡਾ ਇਸ਼ੂ ਸੀ। ਉਸ ਇਸ਼ੂ ਦੇ ਕਰਕੇ ਹੁਣ ਜਿਹੜੇ ਨੇ 4,41,000 ਇੱਕ ਭੇਜੇ ਨੇ ਵਾਰਨਿੰਗ ਲੈਟਰ, ਰਿਟਰਨ ਲੈਟਰ ਨੇ 2,13,000 ਨਵੰਬਰ ਚ ਭੇਜੇ ਨੇ ਵੀ ਭਾਈ ਮੋੜੋ, ਬਾਅਦ ਵੱਧ ਗਏ ਤੁਹਾਡੇ ਬਾਅਦ। ਹੁਣ ਇਹ ਇੱਕ ਇਸ਼ੂ ਜਿਹੜਾ ਇੱਕ ਵੱਡਾ ਜਿਹੜਾ ਆ ਰਿਹਾ ਹੈ, ਤੋ ਇਹਦੇ ਨਾਲ ਹੁਣ ਫਰਕ ਇਹ ਚ ਕੀ ਪੈਣਾ ਹੈ? ਫਰਕ ਇਹ ਪੈਣਾ ਵੀ ਜਿਨ੍ਹਾਂ ਨੇ ਖਰਚ ਲਏ ਉਹਨਾਂ ਨੂੰ ਵਾਪਸ ਮੋੜਨੇ ਬੜੇ ਔਖੇ। ਆਪਣੇ ਸੁਣਨ ਵਾਲਿਆਂ ਚ ਵੀ ਹੋਣਗੇ ਜਿਨ੍ਹਾਂ ਨੂੰ ਆਉਣੇ ਵਾਲੇ ਨੇ ਤਮੰਚੇ, ਇਹ ਤੇ ਤਮੰਚੇ ਵੀ ਕਹਿੰਦੇ ਨੇ, ਤਮੱਚੇ ਵੀ ਕਹਿੰਦੇ ਨੇ। ਹੁਣ ਫਰਦਾਂ ਆਉਣ ਵਾਲੀਆਂ ਨੇ। ਗ੍ਰੈਂਡ ਤਾਜ ਸਰੀ ਦਾ ਤਾਜ 604 599 43 42 84 ਤੇ 128 ਤੇ ਸਰੀ ਦਾ ਤਾਜ ਹੈ ਗ੍ਰੈਂਡ ਤਾਜ। ਚੜ੍ਹਦੇ ਵਾਲੇ ਪਾਸੇ ਜੇ ਤੁਸੀਂ 84 ਤੇ ਖੜਦੇ ਹੋ, ਸੂਰਜ ਜਿੱਥੇ ਚੜ੍ਹਦਾ ਉੱਥੇ ਗ੍ਰੈਂਡ ਤਾਜ ਹੈ। ਤੇ ਪੰਜਾਬੀ ਚ ਬਾਹਰਲੇ ਬੰਨੇ ਲਿਖਿਆ ਦਫ਼ਤਰ ਖੁੱਲਿਆ ਬਸ। ਗ੍ਰੈਂਡ ਤੁਹਾਡੇ ਬੈਂਕਟ ਹਾਲ ਵੀ ਲੱਗਦਾ ਵੀ ਜਨਵਰੀ ਦੇ ਵਿੱਚ ਖੋਲ ਦੇਣਗੇ। ਸਾਡਾ ਕਰਮ ਫੇਰ ਠੀਕ ਹੋ ਰਿਹਾ। ਡੀਸੀ ਦਾ ਵੀ ਵੈਕਸੀਨ ਵੀ ਆ ਗਈ, ਇਹਨੇ ਵੀ ਹੁਣ ਮਨ ਨੂੰ ਲੋਕਾਂ ਨੇ ਸਹੀ ਕਰ ਦੇਣਾ। ਕਈ ਤਾਂ ਬਿਮਾਰੀ ਮਨ 'ਚ ਲਈ ਫਿਰਦੇ ਸੀ। ਇੱਕ ਜਿਹੜਾ ਪਬਲਿਕ ਸਟਿਗਮਾ, ਰਿਸ਼ਤੇਦਾਰਾਂ ਦਾ ਸਟਿਗਮਾ, ਜਿਹੜੀ ਗੱਲ ਭੁਲਿੰਦਰ ਹੋਣੀ ਕਹਿ ਗਏ ਨੇ, ਉਹ ਇੱਕ ਵੱਡਾ ਜਾਂ ਕੋਈ ਦੱਸ ਦਿੰਦਾ ਤੇ ਗੱਲਾਂ ਹੀ ਹੋਰ ਸ਼ੁਰੂ ਹੋ ਜਾਂਦੀਆਂ ਨੇ। 604 599 43 42 ਸਰੀ ਦਾ ਤਾਜ ਗ੍ਰੈਂਡ ਤਾਜ। ਜੈਰੀ ਬਰਾੜ 604 762 88 99 best deal on best trace, Jerry Brad. First mortgage, second line of credit, debt consolidation, credit rating ਦਾ ਪ੍ਰੋਬਲਮ। ਇਹ ਜੈਰੀ ਬਰਾਡ ਹੋਣੀ ਮਤਲਬ ਓਵਰਆਲ ਇਹ ਹੈ ਵੀ ਜੇ ਕੋਈ ਲੋਨ ਨਹੀਂ ਦਿੰਦਾ ਨਾ, ਜੈਰੀ ਬਰਾਡ ਨੂੰ ਲੈ ਦਿੰਦੇ ਨੇ। 604 762 88 99। ਅੱਛਾ, ਮੈਂ ਪਿਛਲੇ 20 ਮਿੰਟ ਪਿਛਲੇ ਕਿਸਾਨ ਸੰਘਰਸ਼ ਦੀ ਵੀ ਗੱਲ, ਕਿਸਾਨ ਸੰਘਰਸ਼ ਦੀ ਇਹ ਕਰਨਾ ਚਾਹੁੰਦਾ। ਮੈਂ ਨਿੱਜੀ ਤੌਰ ਤੇ ਇਹ ਸੋਚਦਾ ਕਿ ਠੰਡ ਦੇ ਵਿੱਚ ਹੁਣੇ ਹਲੇ ਪਤਾ ਨਹੀਂ ਕਦ ਨਿਬੜਨੀ ਹੈ ਗੱਲ। ਠੰਡ ਦੇ ਵਿੱਚ ਬੰਦਾ ਹੈਗਾ 3-4 ਲੱਖ, ਕੀ ਕੀਤਾ ਜਾਵੇ, ਕੀ ਸੋਚਿਆ ਜਾਵੇ? ਜਿਹੜੀਆਂ ਬਹੁਤ ਜਥੇਬੰਦੀਆਂ ਉੱਥੇ ਖਰਚਾ ਕਰ ਰਹੀਆਂ ਨੇ ਠੰਡ ਤੋਂ ਬਚਾਉਣ ਦਾ ਜਿਹੜਾ ਹੀਲਾ ਹੈ ਉਹ ਇਹ ਹੈ। ਜਦ ਹੁਣ ਰਾਤ ਦੀ ਇੱਕ ਵੀਡੀਓ ਕਿਸੇ ਨੇ ਰਿਕਾਰਡ ਕਰਕੇ ਦਿਖਾਈ ਤੇ ਤਰਪਾਲਾਂ ਵਗੈਰਾ ਪਾਈਆਂ ਨੇ, ਟਰੈਕਟਰਾਂ ਤੇ ਟਰਾਲੀਆਂ ਤੋਂ ਲਮਕਦੀਆਂ ਨੇ, ਟਰਾਲੀਆਂ ਦੇ ਥੱਲੇ ਪਏ ਆ ਲੋਕ ਯਾਰ। ਤੇ ਮੀਂਹ ਦਸੰਬਰ ਦੇ ਮਹੀਨੇ ਸ਼ੁਰੂ ਹੋ ਜਾਂਦਾ, ਟਰਾਲੀਆਂ ਦੇ ਵਿੱਚ ਵੀ ਪੈਂਦੇ ਨੇ। ਠੰਡ ਜਿਹੜੀ ਹੈ ਕਹੇ ਤਾਂ ਕੰਬਲ ਵਗੈਰਾ ਲੈ ਕੇ ਆਏ ਹੋਏ ਨੇ, ਸਮਾਨ ਤਾਂ ਬੰਨ ਕੇ ਲਿਆਉਂਦੇ ਨੇ ਜਿੰਨਾ ਲਿਆ ਸਕਦੇ ਨੇ, ਪਰ ਫੇਰ ਵੀ ਜਿਹੜੀ ਠੰਡ ਦੇ ਲਈ ਜਿਵੇਂ ਸਲੀਪਿੰਗ ਬੈਗਸ ਜਾਂ ਸਵੈਟਰ ਵਗੈਰਾ ਕੀ ਪ੍ਰਕਿਉਰ ਕੀਤਾ ਜਾ ਸਕਦਾ ਠੰਡ ਤੋਂ ਬਚਾਉਣ ਲਈ? ਇਹਨਾਂ ਜਿਹੜੇ ਸਿਰੜੀ ਬੈਠੇ ਨੇ, ਬੀਬੀਆਂ ਵੀ ਨੇ, ਬਾਕੀ ਭਾਈ ਵੀ ਨੇ, ਸਾਰੇ ਜਵਾਕ ਨੇ ਸਾਡੇ। ਇੱਕ ਸਵਾਦ ਦੀ ਗੱਲ ਹੋ ਗਈ, ਆਉਣ ਵਾਲੇ 25-30 ਸਾਲ ਪੰਜਾਬ ਦੀ ਜਵਾਨੀ ਨੂੰ ਉਂਗਲਾਂ ਨਹੀਂ ਕੋਈ ਕਰ ਸਕਦਾ। ਤੇ ਨਾ ਹੀ ਆ ਮੁਰਕੀਆਂ ਵਾਲੇ ਜਿਹੜੇ ਲਾਉਂਦੇ ਸੀ ਵੀ ਨੱਚ ਲੋ ਤੇ ਆਪਣੀਆਂ ਨਚਾ ਕੇ ਤੇਰੇ ਚ ਤੇਰਾ ਯਾਰ ਬੋਲਦਾ, ਇਹਦੇ ਤੋਂ ਬਚ ਜਾਣ। ਖੜੇ ਗਿਆ ਕੰਮ ਠੰਡ ਦੇ ਵਿੱਚ ਮੋਸਟਲੀ, ਨਹੀਂ ਤਾਂ ਗਰਮੀਆਂ ਇੱਥੇ ਕੱਟ ਕੇ ਠੰਡ 'ਚ ਜ਼ਿਆਦਾਤਰ ਗਾਉਣ ਵਾਲੇ ਚਲੇ ਜਾਂਦੇ ਆ। ਸਾਰਾ ਸਾਲ ਜਿਹੜਾ
ਬੰਦ ਕਰ ਦਿੱਤਾ ਸਿਸਟਮ ਨੂੰ, ਦੁਬਾਰਾ ਚੱਲਣਾ ਬਹੁਤ ਔਖਾ ਹੈ। ਇਹ ਤੁਸੀਂ ਦੇਖਿਓ, ਇਹ ਜਿਹੜਾ ਚੱਲਣਾ ਹੈ ਉਹ ਸੌਖਾ ਨਹੀਂ ਹੈ। ਜੇ ਤੁਸੀਂ ਕਹੋਗੇ ਵੀ ਸਾਰਾ ਕੁਝ ਜਾਂਦੇ ਹੀ ਅਗਲੇ ਸਾਲ ਸਭ ਕੁਝ ਹੋ ਜੂ ਜੀ, ਖਾੜੇ ਲੱਗਣ ਲੱਗ ਜਾਣਗੇ ਲੋਕ, ਹੁਣ ਇਹਦੇ ਚੋਂ ਇੱਕ ਨਵੀਂ ਸਾਖਰਤਾ ਦੀ ਗੱਲ ਚੱਲਣੀ ਹੈ ਵੀ ਭਾਈ ਵਿਆਹਾਂ ਤੇ ਖਰਚਾ ਘੱਟ ਕਰੋ, ਜੰਨਾ ਘੱਟ ਲਿਜਾਓ, ਦਾਜ ਨਹੀਂ ਲੈਣਾ, ਦਾਜ ਨਹੀਂ ਦੇਣਾ। ਇਹ ਜਿਹੜੀ ਪੀੜ੍ਹੀ ਨੇ ਮੁੜ ਕੇ ਜਾਣਾ ਨਾ ਇੱਥੋਂ, ਉਹਨਾਂ ਨੇ ਦੇਖਿਓ ਸੀ ਫਰਕ ਕੀ ਪਾਉਣਾ। ਇਹ ਬਹੁਤ ਵੱਡੀਆਂ ਗੱਲਾਂ ਹੋਣੀਆਂ ਨੇ, ਇਕੱਲੀਆਂ ਇਹ ਨਹੀਂ, ਇਹਨੇ ਪੰਜਾਬ ਸਿੱਧੀਆਂ ਲਾਈਨਾਂ ਤੇ ਲਿਆਉਣਾ। ਪਰਮ ਧਾਲੀਵਾਲ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਮੈਂ ਉਹ ਉਸ ਦਿਨ ਮੀਂਹ ਪੈਂਦਾ ਸੀ, ਮੈਂ ਵੀ ਉਸ ਦਿਨ ਸੋਚਿਆ ਸੀਗਾ ਵੀ ਆਪਾਂ ਟੈਂਟ ਵਗੈਰਾ ਭੇਜ ਦਈਏ ਤੇ ਵੀ 500,000 ਜੇ ਜਿੰਨਾ ਕੁ ਟੈਂਟ ਭੇਜਿਆ ਜਾਂਦਾ ਹੈ। ਤੇ ਉਹ ਅਸੀਂ ਪਤਾ ਕੀਤਾ ਆ, ਈਵਨ ਚਾਈਨਾ ਚ ਵੀ ਫੈਕਟਰੀ ਸਿੱਧਾ, ਤੇ ਉਹ ਕਹਿੰਦੇ ਇੰਨਾ ਸਟਾਕ ਹੈ ਨਹੀਂ ਸਾਡੇ ਕੋਲ, ਈਵਨ 200-300 ਦਾ ਟੈਂਟ ਦਾ ਵੀ ਸਟਾਕ ਹੈ ਨਹੀਂ ਵੀ ਜੇ ਬਣਾਉਣੇ ਆ ਤਾਂ 17 ਦਿਨ ਲੱਗਣੇ ਆ ਤੇ ਉਸ ਤੋਂ ਬਾਅਦ ਫਿਰ ਸ਼ਿਪ ਹੋਣਗੇ। ਤੇ ਵੈਸੇ ਆ ਸਲੀਪਿੰਗ ਬੈਗ ਵਾਲਾ ਵੀ ਉਹ ਵੀ ਬਹੁਤ ਵਧੀਆ ਆਈਡੀਆ ਵਾ, ਉਹਦੇ ਵਿੱਚ ਬਿਲਕੁਲ ਬੰਦੇ ਨੂੰ ਠੰਡ ਨਹੀਂ ਲੱਗਦੀ ਜੇ ਬਰਕੇ ਵਿੱਚ ਪੈ ਜਾਂਦਾ ਨਾ। ਹਾਂ, ਇਕੱਠੇ ਹੋ ਕੇ ਵੀ ਜੇ ਆਪਾਂ ਜੇ ਏਦਾਂ ਦਾ ਕੁਛ ਕਰ ਦਈਏ ਵੀ ਸਲੀਪਿੰਗ ਬੈਗ ਤਾਂ ਸਿੱਧੇ ਚਾਈਨਾ ਤੋਂ ਸ਼ਿਪ ਹੋ ਜਾਣੇ ਆ। ਤੇ ਮੈਂ ਅੱਛਾ, ਗੱਲ ਪਰਮ ਇਹ ਸੋਚਦੇ ਆ ਬਈ ਹੁਣ ਉੱਥੇ ਗਿਣਤੀ ਬਹੁਤ ਹੈ, ਇਹਨੂੰ ਵੰਡਿਆ ਜਾਊ, ਕਿਹਨੂੰ ਛੱਡਿਆ ਜਾਊ, ਆਹ ਗੱਲ ਇੱਕ ਮਨ ਦੇ ਵਿੱਚ ਆਉਂਦੀ ਹੈ। ਨਹੀਂ, ਉਹੀ ਮੈਂ ਸੋਚਦਾ ਵੀ ਚੱਲ ਬਜ਼ੁਰਗਾਂ ਲਈ ਹੋ ਜਾਵੇ, ਜਿੰਨਾ ਹੋ ਜਾਵੇ। ਬਜ਼ੁਰਗ ਆਪਣੇ ਬਚਨ ਪਾਲੇ ਤੋਂ, ਉਹਨਾਂ ਨੂੰ ਠੰਡ ਦਾ ਜ਼ਿਆਦਾ ਹੁੰਦਾ, ਜਵਾਨੀ ਦਾ ਵੈਸੇ ਹੀ ਆਪਣੀ ਖੂਨ ਉਹਨਾਂ ਦਾ ਗਰਮ ਹੋਇਆ ਫਿਰਦਾ, ਉਹਨਾਂ ਨੂੰ ਤਾਂ ਠੰਡ ਕਿੱਥੇ ਲੱਗਣੀ ਹੈ। ਤੇ ਬਜ਼ੁਰਗਾਂ ਦਾ ਸੋਚਦੇ ਵੀ ਜੇ ਉਹਨਾਂ ਦਾ ਜਿੰਨਾ ਕੁ ਹੋ ਸਕਦਾ ਉਨਾ ਕੁ ਹੋ ਜਾਵੇ। ਅੱਛਾ, ਕਿੰਨੇ ਦਾ ਪਤਾ ਕੀਤਾ ਤੁਸੀਂ, ਕੀ ਕਾਸਟ ਕਰਦਾ? ਉਹ ਟੈਂਟ ਜੇ ਉੱਥੋਂ ਆਪਾਂ ਚਾਈਨਾ ਤੋਂ ਕਰਦੇ ਵੀ ਆ ਤਾਂ ਆਪਾਂ ਨੂੰ ਕਹਿ ਲਓ ਵੀ $30-40 ਦਾ ਇੱਥੇ ਪਊਗਾ ਆਪਾਂ ਨੂੰ। ਤੇ ਸਲੀਪਿੰਗ ਬੈਗ ਵੀ ਇੰਨੇ ਕੁ ਦਾ ਹੀ ਹੋਣਾ, ਇਹ ਤੋਂ ਘੱਟ ਹੀ ਹੋਣਾ ਸਲੀਪਿੰਗ ਬੈਗ ਤਾਂ। ਵੈਸੇ ਮੈਂ ਇੰਡੀਆ ਦੀ ਐਮਾਜ਼ੋਨ ਤੇ ਵੀ ਸਰਚ ਮਾਰਦਾ ਸੀਗਾ, ਉੱਥੇ ਵੀ ਟੈਂਟ ਹੈਗੇ ਆ ਪਰ ਇੰਨੀ ਕੁਆਂਟੀਟੀ ਹੈ ਨਹੀਂ, ਅਵੇਲੇਬਿਲਟੀ ਹੈ ਨਹੀਂ। ਉੱਥੇ ਵੀ ਹੈਗਾ ਜਿੱਦਾਂ 2900 ਦਾ ਟੈਂਟ ਹੈਗਾ ਇੱਕ ਇੰਡੀਆ ਦੇ ਰੁਪਈਆਂ ਦਾ, ਜਿੱਦਾਂ ਕਹਿ ਲਓ 2000 ਦੇ ਵੀ ਹੈਗੇ, ਉਹਦੇ ਚ 8 ਜਣੇ ਸੌ ਜਾਂਦੇ ਆ। ਹੁਣ ਅਸੀਂ ਇਹਦੇ ਤੇ ਪਤਾ ਕਰ ਰਹੇ ਹਾਂ, ਨਹੀਂ ਤਾਂ ਵੀ ਜੇ ਇੰਡੀਆ ਤੋਂ ਹੀ ਮੈਂ ਪਤਾ ਕੀਤਾ ਸੀ, ਕੱਲ ਚਾਚਾ ਜੀ ਨੂੰ ਫੋਨ ਕੀਤਾ ਸੀ, ਉਹ ਵੀ ਉੱਥੇ ਗਏ ਹੋਏ ਦਿੱਲੀ। ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਪਤਾ ਕਰੋ ਵੀ ਜਿਹੜੀ ਜਿਵੇਂ ਤਰਪਾਲ ਟਾਈਪ ਹੁੰਦੀ ਹੈ ਨਾ, ਜਿਵੇਂ ਟੈਂਟ ਟਾਈਪ, ਉਹ ਵੱਡੀਆਂ ਵੀ ਜੇ ਉਹੀ ਆਪਾਂ ਲਵਾ ਦਈਏ, ਉਹਨਾਂ ਦੇ ਵਿੱਚ ਦੀ ਠੰਡ ਵੀ ਨਹੀਂ ਆਉਂਦੀ ਤੇ ਪਾਣੀ ਵੀ ਨਹੀਂ ਆਊਗਾ। ਉਹ ਕਹਿੰਦਾ ਵੀ ਪਿੰਡਾਂ ਦੇ ਵਿੱਚ ਤਾਂ ਉਹ ਮਿਲਦੇ ਨਹੀਂ, ਪਤਾ ਨਹੀਂ ਸ਼ਹਿਰ ਕਿਸੇ ਦੇ ਨਾਂ ਨਾਲ ਲੈਂਦਾ ਜੀ ਸ਼ਹਿਰ ਦਾ, ਤੇ ਕਹਿੰਦਾ ਵੀ ਉੱਥੋਂ ਮੈਂ ਪਤਾ ਕਰਕੇ ਤੇ ਫਿਰ ਦੱਸੂ। ਮੈਂ ਕਿਹਾ ਵੀ ਅਸੀਂ ਜੇ ਉਹ ਰੈਂਟ ਤੇ ਆਪਾਂ ਲਵਾ ਦਈਏ, ਕਿਰਾਏ ਤੇ ਉਹ ਲਾ ਦੇਣ ਉੱਥੇ, ਤੇ ਮੁੜ ਕੇ ਬਾਅਦ ਚ ਜਦੋਂ ਆਪਣਾ ਸੰਘਰਸ਼ ਖਤਮ ਹੋ ਗਿਆ ਤੇ ਫਿਰ ਆਪਦਾ ਚੱਕ ਕੇ ਲੈ ਜਾਣਗੇ ਉਹ, ਤੇ ਉਹਦਾ ਰੈਂਟ ਅਸੀਂ ਪੇ ਕਰ ਦਿਆਂਗੇ। ਉਹ ਇਦਾਂ 2-4 ਤੇ ਅਸੀਂ ਗੱਲ ਕਰ ਰਹੇ ਹਾਂ ਵੀ ਜੇ ਹੋ ਜੇ ਤਾਂ ਬਹੁਤ ਵਧੀਆ ਹੈ। ਬਿਲਕੁਲ, ਇਹ ਇੱਕ ਜ਼ਰੂਰੀ ਹੈ ਜਿਹੜਾ ਮੈਂ ਵੀ ਸੋਚ ਰਿਹਾ ਸੀ ਵੀ ਕੱਲ ਉੱਥੇ ਵੇਖਦੇ ਆ, ਜਦ ਮੀਂਹ ਪੈਂਦਾ ਰਾਤ ਦੀ ਇੱਕ ਵੀਡੀਓ ਪਾਈ, ਤੇ ਉਹ ਵੀਡੀਓ ਦੇ ਵਿੱਚ ਥੱਲੇ ਜਿਹੜੇ ਪਏ ਨੇ, ਥੱਲੇ ਠੰਡ ਥੱਕਾ ਵਗਦਾ 6 ਡਿਗਰੀ 5 ਡਿਗਰੀ ਦਸੰਬਰ ਦੇ ਵਿੱਚ, ਕਈ ਵਾਰ ਜਨਵਰੀ ਤੱਕ ਠੰਡ ਚਲੇ ਜਾਂਦੀ ਆ, ਉੱਥੇ ਫਰਵਰੀ ਤੱਕ ਚਲੇ ਜਾਂਦੀ। ਇਹਦੇ ਤੇ ਕੁਝ ਕਰਨਾ ਚਾਹੀਦਾ, ਲੋਕਲ ਆਪਾਂ ਨੂੰ ਸੋਚਣਾ ਚਾਹੀਦਾ। ਧੰਨਵਾਦ ਪਰਮ, ਆਪਾਂ ਬਾਅਦ ਵੀ ਗੱਲ ਕਰ ਰਹੇ ਹਾਂ ਅਸੀਂ। ਥੈਂਕ ਯੂ। ਸੁੰਦਰ ਸਿੰਘ, ਲਾਈਨ ਨੰਬਰ 4। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਜਿਹੜੀ ਆਪਾਂ ਗੱਲ ਕਰਦੇ ਆਂ, ਦਰਅਸਲ ਗੱਲਾਂ ਤਾਂ ਆਪਾਂ ਕਰਨੀਆਂ ਸੀ ਇਹ ਵੀ ਆਪਾਂ ਨੂੰ ਕੀ ਸਮੱਸਿਆਵਾਂ ਆਉਣਗੀਆਂ ਤੇ ਕੀ ਆਪਾਂ ਇਹਨਾਂ ਦਾ ਹੱਲ ਕਰਨਾ। ਲੀਡਰਾਂ ਨੇ ਵੀ ਉੱਥੇ ਇਹ ਗੱਲਾਂ ਕਰਨੀਆਂ ਸੀ ਤੇ ਉਹਨਾਂ ਨੂੰ ਚਿੰਤਾਵਾਂ ਹੋਰ ਹੀ ਵੱਡੀਆਂ ਲੱਗੀਆਂ। ਜਿਵੇਂ ਕੱਲ ਦੀ ਜੋ ਵੀ ਖਬਰ ਆਈ ਆ, ਸਾਡੇ ਕੋਲੇ ਦੋ ਹੀ ਤਾਂ ਚੀਜ਼ਾਂ ਨੇ, ਜਾਂ ਤਾਂ ਅਸੀਂ ਵਧੀਆ ਪ੍ਰਬੰਧ ਕਰ ਲਈਏ ਉੱਥੇ ਸਾਨੂੰ ਸਮੱਸਿਆਵਾਂ ਕੀ ਆਉਂਦੀਆਂ ਨੇ ਉਹਨਾਂ ਦਾ, ਜਾਂ ਫਿਰ ਸਾਡੇ ਕੋਲ ਇੱਕ ਤਾਕਤ ਆ ਜਿਹੜਾ ਝੰਡਾ ਤੇ ਨਿਸ਼ਾਨ ਆ ਸਾਡਾ, ਜਿਹਦੇ ਨਾਲ ਅਸੀਂ ਨੰਗੇ ਧੜ ਲੜ ਵੀ ਸਕਦੇ ਆ, ਅਸੀਂ ਸ਼ਹਾਦਤਾਂ ਵੀ ਪਾਉਂਦੇ ਆ, ਅਸੀਂ ਸਾਰਾ ਕੁਛ ਆ। ਸਭ ਤੋਂ ਪਹਿਲੀ ਚੀਜ਼ ਉਹੀ ਖੋਈ ਜਾ ਰਹੀ ਆ। ਬਿਲਕੁਲ ਠੀਕ ਹੈ।
ਕਿਸੇ ਬੰਦੇ ਦੇ ਮਨ ਦੇ ਵਿੱਚ ਇਹ ਗੱਲ ਆਉਣੀ ਤੇ ਕਹਿ ਦੇਣੀ ਉਹ ਸੁਭਾਵਕ ਨਹੀਂ ਹੁੰਦੀ। ਖੈਰ ਆਪਾਂ ਇਹ ਵੀ ਨਹੀਂ ਗੱਲ ਕਰਦੇ ਵੀ ਬੰਦੇ ਮਾਫ ਨਹੀਂ ਕੀਤਾ ਜਾ ਸਕਦਾ ਜਾਂ ਗਲਤੀ ਨੂੰ ਉਹਦੇ ਮੂੰਹੋਂ ਨਿਕਲ ਗਿਆ, ਉਹ ਤਾਂ ਗੱਲ ਠੀਕ ਆ, ਪਰ ਇਹ ਗੱਲ ਤੇ ਜ਼ਰੂਰ ਚਰਚਾ ਕਰਨੀ ਜ਼ਰੂਰ ਬਣਦੀ ਆ ਵੀ ਇਹ ਗੱਲ ਮਤਲਬ ਆਈ ਕਿਉਂ। ਜੇ ਆਪਾਂ ਪੰਜਾਬ ਅੱਜ ਆਪਾਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਇਹ ਗੱਲ ਚੱਲੀ ਹੈ। ਹਾਂ ਹਾਂਜੀ, ਜੇ ਆਪਾਂ ਪੰਜਾਬ ਚੋਂ ਆਪਾਂ ਆਪਣਾ ਖਾਲਸਾ ਹੀ ਨਿਸ਼ਾਨ ਹੀ ਖਤਮ ਕਰਤਾ, ਅਸੀਂ ਆਪਣਾ ਨਿਸ਼ਾਨ ਹੀ ਕਹਿੰਦੇ ਵੀ ਅਸੀਂ ਨਿਸ਼ਾਨ ਤੋਂ ਬਿਨਾਂ ਅਸੀਂ ਲੜ ਲਾਂਗੇ, ਤਾਂ ਤੁਹਾਡੀ ਤਾਂ ਸਪਿਰਿਟ ਹੀ ਖਤਮ ਕਰਤੀ। ਫਿਰ ਤਾਂ ਤੁਸੀਂ ਸਰੈਂਡਰ ਕਰਨ ਲੱਗੇ। ਜਦੋਂ ਤੁਸੀਂ ਗਿੱਲ ਸਾਹਿਬ ਸਰੈਂਡਰ ਕਰਨ ਲੱਗੇ ਫੇਰ ਨਹੀਂ ਤੁਸੀਂ ਲੜਾਈ ਜਿੱਤ ਸਕਦੇ। ਵੀ ਜੇ ਉਹਨਾਂ ਨੇ ਆਹ ਕਹਿਤਾ ਅਸੀਂ ਇੱਕ ਸਟੈਪ ਇਹ ਤੋਂ ਪਿੱਛੇ ਹੋ ਜਾਂਦੇ ਹਾਂ, ਜੇ ਇਹਨਾਂ ਨੇ ਆਹ ਕਹਿਤਾ ਅਸੀਂ ਆਹ ਸਟੈਪ ਪਿੱਛੇ ਹੋ ਜਾਂਦੇ ਹਾਂ, ਫੇਰ ਲੜਾਈ ਕਿਵੇਂ ਲੜੀ ਜਾਊਗੀ। ਤੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵਾਂ, ਅਸੀਂ ਵੀ ਸੰਘਰਸ਼ਾਂ ਨਾਲ ਮਤਲਬ ਕਿ ਜੁੜੇ ਰਹੇ ਹਾਂ। ਕਿਸੇ ਜਥੇਬੰਦੀ ਨਾਲ ਅਸੀਂ ਗਏ, ਉੱਥੇ ਮੀਟਿੰਗ ਚੱਲੀ, ਬਹੁਤ ਵੱਡੀ ਇੰਡਸਟਰੀ ਸੀ ਲੁਧਿਆਣੇ ਦੀ ਨਾਮੀ। ਉਹਦੇ ਜਦੋਂ ਮੀਟਿੰਗ ਹੋਣ ਲੱਗੀ ਸਾਨੂੰ ਵੀ ਸਪੋਰਟ ਦੇ ਤੌਰ ਤੇ ਵੀ ਚਲੋ ਬਾਹਰੋਂ ਆਏ ਨੇ ਸਤਿਕਾਰ ਕਰਕੇ ਸਾਨੂੰ ਵੀ ਨਾਲ ਲੈ ਗਏ, ਕਹਿੰਦੇ ਮੀਟਿੰਗ ਦੇ ਵਿੱਚ ਬੈਠੋ ਤੁਸੀਂ। ਉੱਥੇ ਜ਼ਿਲ੍ਹੇ ਦਾ ਐਸਐਸਪੀ ਬੈਠਾ ਨਾਲ ਅੰਦਰ ਮੈਨੇਜਮੈਂਟ। ਅੱਛਾ ਜੀ। ਤੇ ਉਹ ਜਦੋਂ ਗੱਲਬਾਤ ਸ਼ੁਰੂ ਹੋਈ, ਗਿੱਲ ਸਾਹਿਬ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਉਹਨੇ ਆਪਣਾ ਰਿਵਾਲਵਰ ਕੱਢ ਕੇ ਟੇਬਲ ਤੇ ਰੱਖਤਾ। ਤੇ ਪ੍ਰਧਾਨ ਕਹਿੰਦਾ ਅਸੀਂ 20 ਜਣੇ ਖੜੇ ਆ, ਕੁਛ ਬੈਠੇ ਆ। ਪ੍ਰਧਾਨ ਕਹਿੰਦਾ ਐਸਐਸਪੀ ਸਾਹਿਬ ਗੱਲ ਸੁਣੋ, ਕਹਿੰਦਾ ਗੱਲ ਕਰਾਂਗੇ ਬਾਅਦ ਚ, ਜਾਂ ਤਾਂ ਰਿਵਾਲਵਰ ਨੂੰ ਪਾ ਲਓ ਆਪਣੇ ਤੁਸੀਂ ਡੱਬ ਚ ਜਿੱਥੇ ਇਹਦੀ ਜਗ੍ਹਾ, ਜਾਂ ਫਿਰ ਜੇ ਤੁਹਾਡੀ ਜ਼ਰੂਰਤ ਆ ਤੁਸੀਂ ਸਾਡੇ ਗੋਲੀ ਮਾਰੋ, ਜੇ ਤੁਹਾਡੇ ਚ ਜ਼ਰੂਰਤ ਨਹੀਂ ਤਾਂ ਮੈਨੂੰ ਫੜਾਓ ਮੈਂ ਤੁਹਾਨੂੰ ਦੱਸਾਂ। ਕੰਨ ਝਾੜ ਕੇ ਐਸਐਸਪੀ ਤੁਰ ਗਿਆ ਸੀ। ਗਿੱਲ ਸਾਹਿਬ ਕੰਨ ਝਾੜ ਕੇ ਲੀਡਰਾਂ ਦੀਆਂ ਜ਼ਰੂਰਤਾਂ ਆ ਹੁੰਦੀਆਂ ਨੇ। ਬਿਲਕੁਲ ਠੀਕ ਗੱਲ ਹੈ। ਹਾਂਜੀ ਥੈਂਕ ਯੂ ਜੀ, ਇੰਨੀਆਂ ਗੱਲਾਂ ਕਰਨੀਆਂ ਸੀ ਆਪਾਂ। ਧੰਨਵਾਦ ਜੀ, ਧੰਨਵਾਦ ਵੀਰ ਜੀ। ਠੰਡ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਬੈਠੇ ਬਜ਼ੁਰਗਾਂ ਦੇ ਲਈ ਥੋੜਾ ਜਿਹਾ ਮੁਸ਼ਕਲ ਇਸ ਸਮੇਂ ਹੋਇਆ ਤੇ ਉਹਦੇ ਲਈ ਕੁਝ ਸੋਚ ਰਿਹਾ ਤੁਹਾਡੇ ਨਾਲ ਮੈਂ ਸਲਾਹ ਕਰ ਰਿਹਾ। ਪਰ ਹੁਣ ਉਹਦੇ ਉਹਦੇ ਚ ਜਾਂ ਤਾਂ ਇਹ ਹੋਵੇ ਬਈ ਜਿੰਨੇ ਕਿ ਤੁਸੀਂ ਜਿਨ੍ਹਾਂ ਦੇ ਪਿੰਡਾਂ ਦੇ ਬੰਦੇ ਬੈਠੇ ਉਹ ਆਪਣੇ ਪਿੰਡਾਂ ਦਾ ਸਾਰ ਲੈ ਲਓ, ਨਹੀਂ ਤਾਂ ਬਸੋਂ ਆ ਗਿਆ ਇਕੱਠ ਬਹੁਤ ਹੈ। 4 ਲੱਖ ਕੋਈ ਕਹਿ ਰਿਹਾ, ਕੋਈ 3 ਲੱਖ ਕਹਿ ਰਿਹਾ। ਸੋ ਮੇਰੇ ਇਹਦਾ ਖਿਆਲ ਇਹੀ ਰੱਖਣ ਦੀ ਲੋੜ ਹੈ। ਸਲੀਪਿੰਗ ਬੈਗ ਇੱਕ ਬਹੁਤ ਵਧੀਆ ਆਪਸ਼ਨ ਹੈ। ਪਰ ਮੈਂ ਜਿਹੜੀ ਢਾਲੀਵਾਲ ਨੇ ਕਿਹਾ ਟੈਂਟਸ ਦੀ ਵੀ ਗੱਲ ਚੱਲੀ ਵੀ ਟੈਂਟ ਉੱਥੋਂ ਚੀਨ ਤੋਂ ਭੇਜੀਏ, ਪਰ ਉੱਥੇ ਕਹਿੰਦੇ ਬਣਨ ਨੂੰ ਟਾਈਮ ਲੱਗਦਾ, ਉਹ ਤਾਂ ਆਰਡਰ ਕਰਨ ਤੋਂ ਬਾਅਦ ਬਣਾਉਂਦੇ ਨੇ। ਸਲੀਪਿੰਗ ਬੈਗ ਠੀਕ ਹੈ। ਜੈਕਟਸ ਜਿਹੜੀਆਂ ਜਾਂ ਸਵੈਟਰਸ ਨੇ, ਜਰਸੀਆਂ ਜਿਹੜੀਆਂ ਨੇ, ਉਹਨਾਂ ਦਾ ਵੀ ਇੱਕ ਆਪਸ਼ਨ ਹੋ ਸਕਦਾ, ਕਿਉਂਕਿ ਪਾਣੀਪਤ ਵੂਲਨ ਇੰਡਸਟਰੀ ਆ ਬਹੁਤ ਵੱਡੀ ਤੇ ਉਹਦੇ ਚ ਜੇ ਇੱਕ ਉਹ ਵੀ ਆਪਸ਼ਨ ਹੋ ਸਕਦੀ ਹੈ ਆਪਣੇ ਕੋਲ ਕਿ ਸਵੈਟਰਸ ਜਾਂ ਸਭ ਤੋਂ ਅਸਲ ਉੱਥੇ ਕਾਰਗਰ ਕੀ ਹੈ, ਸਾਰੀਆਂ ਚੀਜ਼ਾਂ ਤੋਂ ਥੱਲੇ ਦੀ ਉਹ ਸਵੈਟਰ ਪਾ ਲੈਂਦੇ ਨੇ, ਉੱਪਰ ਦੀ ਕੁੜਤਾ ਪਾ ਲੈਂਦੇ ਨੇ। ਭੂਰੀ ਆ ਜਿਹੜੀ ਬੁੱਕਲ ਹੈ, ਉਹ ਬੁੱਕਲ ਬਹੁਤ ਕੰਮ ਕਰਦੀ ਹੈ। ਲੋਈਆਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਡਿਲੀਵਰ ਹੋ ਸਕਦੀਆਂ। ਲੋਈ ਵਧੀਆ ਜਿਹੜੀ ਗਰਮ ਹੈ, ਮਤਲਬ ਬਾਹਲੀ ਗਰਮ ਵੀ ਨਾ ਕਹੀਏ, ਜਿਹੜੀ ਅੱਧੀ ਕੁ ਮਿਕਸ ਹੈ, 500-700 ਰੁਪਏ ਦੀ ਉਹ ਆ ਜਾਂਦੀ ਹੈ। ਸਵੈਟਰ ਵੀ ਇੰਨੇ ਦਾ ਆਜੂ ਜਿਹੜਾ ਬਾਹਲਾ ਫੈਂਸੀ ਨਹੀਂ। ਪਾਣੀਪਤ ਬਹੁਤ ਵੱਡੀ ਵੂਲਨ ਇੰਡਸਟਰੀ ਆ। ਜਿਹੜੇ ਮਿਲਣੀ ਵਾਲੇ ਕੰਬਲ ਨੇ ਨਾ ਉੱਥੇ ਬਣਦੇ ਨੇ, ਜਿਹੜੇ ਨਾ ਕੰਬਲ ਨੇ ਤੇ ਨਾ ਉਹ ਕੁਛ ਹੋਰ ਨੇ। ਜਿਹੜਾ ਦੁਨੀਆ ਦੇ ਵਿੱਚੋਂ ਸਾਰਾ ਰੀਸਾਈਕਲ ਦਾ ਕੱਪੜਾ ਪਾਣੀਪਤ ਜਾਂਦਾ, ਉਹਨੂੰ ਫਿਰ ਝਾੜ ਝੰਬ ਕੇ ਉਹਦਾ ਲਾਹ ਲੱਗ ਕੇ ਸਾਰਾ ਸਮਾਨ ਫਿਰ ਮੁੜ ਕੇ ਉਹਦੇ ਕੰਬਲ ਬਣਦੇ। ਜਿਹੜਾ ਨਹੀਂ ਵਿਕਦਾ ਉਹ ਕੰਬਲ ਫਿਰ ਆਪਾਂ ਮਿਲਣੇ ਨੇ ਲਿਆਓ ਜੀ ਹੁੱਫੜ ਨੂੰ ਦਈਏ ਮਿਲਣੀ ਚ, ਉਹ ਕੰਬਲ ਨੇ। ਤੇ ਉਹ ਮਤਲਬ ਜਿਵੇਂ ਆਪਣੀ ਵੂਲਨ ਇੰਡਸਟਰੀ ਲੁਧਿਆਣੇ ਬਹੁਤ ਹੈ ਤੇ ਪਾਣੀਪਤ ਵੀ ਬਹੁਤ ਵੱਡੀ ਇੰਡਸਟਰੀ ਹੈ। ਇਹਦੇ ਤੇ ਥੋੜਾ ਜਿਹਾ ਵਿਚਾਰ ਕਰੀਏ ਆਪਾਂ। ਠੰਡ ਵੱਧ ਰਹੀ ਹੈ ਵੀ ਆਪਾਂ ਕੀ ਕਰ ਸਕਦੇ ਹਾਂ ਉੱਥੇ ਜਿਹੜੇ ਬੈਠੇ ਨੇ ਉਹਨਾਂ ਨੇ। ਬਾਹਰ ਬੈਠੇ ਤਾਂ ਇਹੀ ਹੈ। ਖਾਲਸਾ ਏਡ ਬਹੁਤ ਕੰਮ ਕਰ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਖਾਲਸਾ ਏਡ ਇਹਦੇ ਤੇ ਬਹੁਤ ਆਰਗੇਨਾਈਜ਼ਡ ਨੇ, ਉਹ
ਲੱਗੇ ਹੋਏ ਨੇ, ਸਭ ਕੁਝ ਉੱਥੇ ਦੇ ਰਹੇ ਨੇ। ਉਹ ਜਿਹੜਾ ਜਿੰਨਾ ਵੀ ਉਹ ਕਰ ਸਕਦੇ ਨੇ ਉਹ ਸਮਾਨ ਉੱਥੇ ਭੇਜ ਰਹੇ ਨੇ। ਤੇ ਖਾਸ ਜਿਹੜਾ ਉਹ ਕਰ ਰਹੇ ਨੇ ਬਈ ਜਿਹੜੀਆਂ ਜਿਵੇਂ ਮਸਾਜਰ ਵਗੈਰਾ ਨੇ, ਉਹ ਬਹੁਤ ਵੱਡੀਆਂ ਚੀਜ਼ਾਂ ਨੇ। ਇਹ ਸੌਖਾ ਨਹੀਂ ਹੈ, ਬਹੁਤ 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 ਵੱਡਾ ਕੁਛ ਹੈ ਉਹ। ਤੇ ਇਸ ਦੇ ਲਈ ਪਰ ਫਿਰ ਵੀ ਜਿਹੜਾ ਇਹ ਬਹੁਤ ਜ਼ਰੂਰੀ ਹੈ ਕਿ ਲੋਈਆਂ ਵਗੈਰਾ ਜਾਂ ਸਵੈਟਰ ਵਗੈਰਾ ਜਿੰਨੀਆਂ ਇੱਕ ਦੋ ਟਰਾਲੀਆਂ ਜਿਹੜੀਆਂ ਤੁਹਾਡੇ ਪਿੰਡ ਦੀਆਂ ਗਈਆਂ ਨੇ, ਉਹਨਾਂ ਦੀ ਇਹ ਵੀ ਖਬਰ ਨਾਲ ਲਓ। ਬਹੁਤ ਚੰਗਾ ਕੀਤਾ ਹੋਇਆ ਲੋਕਾਂ ਨੇ, ਇਨੋਵਾ ਲਾਈਆਂ ਹੋਈਆਂ ਨੇ ਪਿੰਡਾਂ ਤੋਂ, ਤੇ ਉਹ ਲੈ ਕੇ ਜਾਂਦੀਆਂ ਨੇ, ਵਾਪਸ ਲੈ ਕੇ ਆ ਰਹੇ ਨੇ ਬੰਦੇ, ਸ਼ਿਫਟ ਹੋ ਰਹੇ ਨੇ, 5 ਦਿਨ ਪਿੰਡ ਰਹੇ ਨੇ, 5 ਦਿਨ ਵਾਪਸ ਆ ਗਏ। ਉਹ ਤਾਂ ਨਹੀਂ ਤੰਗੀ ਕੋਈ, ਸਿਰੇ ਲਾਈ ਪਈ ਆ ਗੱਲ ਬਾਹਰ ਲਿਆ ਨੇ। ਤੇ ਪਰ ਇਹਦੇ ਤੇ ਇੱਕੋ ਹੀ ਜਿਹੜਾ ਅੱਗੇ ਕੰਮ ਕਰਨ ਵਾਲਾ ਉਹ ਇਹ ਹੈ ਕਿ ਆ ਵੀ ਆਪਾਂ ਖਿਆਲ ਰੱਖ ਲਈ ਵੀ ਉੱਥੇ ਕੋਈ ਤੰਗ ਨਾ ਹੋਵੇ, ਠੰਡ ਖੁਣੋ ਨਾ ਹੋਵੇ, ਇਹਦਾ ਵੀ ਨਿਗਾਹ ਆਪਾਂ ਨੂੰ ਰੱਖਣੀ ਚਾਹੀਦੀ। ਇਹ ਸੀ ਸਾਡਾ ਪ੍ਰੋਗਰਾਮ ਜੀ। ਕੱਲ ਨੂੰ ਫੇਰ ਮੁੜਦੇ ਆ 12 ਵਜੇ, ਨਵੀਂ ਗੱਲ ਨਵੀਂ ਕਹਾਣੀ।